ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਵੀ ਕਾਫੀ ਲੈਕਚਰ ਅੰਮ੍ਰਿਤ ਵੇਲਾ ਦੀ ਜਿਹੜੀ ਭੂਮਿਕਾ ਹੈ ਜੋ ਕਿ ਪ੍ਰੋਫੈਸਰ ਜਗਦੀਸ਼ ਸਿੰਘ ਨੇ ਲਿਖੀ ਹੈ, ਉਸ ਦੇ ਕਾਫੀ ਲੈਕਚਰ ਰਿਕਾਰਡ ਹੋ ਚੁੱਕੇ ਹਨ। ਇਸ ਲੈਕਚਰ ਦਾ ਜਿਹੜਾ ਪਹਿਲਾ ਪਾਰਟ ਹੈ ਅੰਮ੍ਰਿਤ ਵੇਲਾ ਦੀ ਭੂਮਿਕਾ ਪਾਰਟ 1 ਰਿਕਾਰਡ ਹੋ ਚੁੱਕਿਆ ਹੈ। ਇਹ ਹੁਣ ਅੰਮ੍ਰਿਤ ਵੇਲਾ ਦੀ ਭੂਮਿਕਾ ਪਾਰਟ 2 ਹੈ। ਸ਼ੁਰੂ ਕਰਨ ਲੱਗੇ ਹਾਂ ਜੀ। ਇਹਦੇ ਵਿੱਚ ਕੁਛ ਜਗ੍ਹਾ 'ਤੇ ਇਹ ਜ਼ਿਆਦਾ ਕਾਵਿ ਰੂਪ ਬਾਰੇ ਹੈ ਕਿ ਪੰਜਾਬੀ ਦਾ ਕਾਵਿ ਰੂਪ ਕਿੱਥੋਂ ਕਿੱਥੋਂ ਸਰੋਤਾਂ ਤੋਂ ਆਪਦੀ ਊਰਜਾ ਲੈਂਦਾ ਹੈ, ਅਤੇ ਕੁਛ ਚੀਜ਼ਾਂ ਛੱਡਣੀਆਂ ਪੈ ਰਹੀਆਂ, ਕੁਛ ਚੋਣਵੀਆਂ ਚੀਜ਼ਾਂ ਹੀ ਦੱਸੀਆਂ ਜਾ ਰਹੀਆਂ। ਇਸ ਲਈ ਕਈ ਵਾਰ ਵਿਚਾਰਾਂ ਦੇ ਵਿੱਚ ਗੈਪ ਪੈ ਜਾਣਾ, ਵਿਚਾਰਾਂ ਦੇ ਵਿੱਚ ਥੋੜ੍ਹਾ ਵਿਰਲਾ ਆ ਜਾਣਾ, ਇਹ ਕੁਦਰਤੀ ਹੈ। ਸੋ ਅੱਜ ਦਾ ਲੈਕਚਰ ਪਹਿਲੇ ਲੈਕਚਰ ਤੋਂ ਬਾਅਦ ਥੋੜ੍ਹਾ ਵਿੱਚ ਗੈਪ ਪਾ ਕੇ ਸ਼ੁਰੂ ਕਰ ਰਹੇ। ਇਲੀਅਡ ਅਤੇ ਓਡੀਸੀ, ਹੋਮਰ, ਐਨੀਡ, ਵਰਜਿਲ, ਸ਼ਾਹਨਾਮਾ ਫਿਰਦੌਸੀ ਦੇ ਸੂਰਮੇ, ਐਚਲੀਜ਼, ਹੈਕਟਰ, ਓਡੀਸੀ, ਐਨੀਜ, ਰੁਸਤਮ, ਸ਼ੋਰਾਬ, ਅਰਧਸ਼ੇਰ, ਬਹਿਰਾਮ ਆਦਿ ਅਤੇ ਭਾਰਤੀ ਮਿਥਿਹਾਸ ਵਿੱਚ ਦੈਂਤ ਸ਼ਕਤੀਆਂ ਨੂੰ ਪੇਸ਼ ਕਰਦੇ ਸੂਰਮੇ, ਸੁੰਭ, ਨਿਸੁੰਭ, ਮੈਖਾਸਰ, ਚੁੰਡ, ਮੁੰਡ ਆਦਿ ਸਭ ਵਿਅਕਤੀਗਤ ਦਲੇਰੀ ਦਾ ਹਉਂ ਪਾਸਾਰ ਪੇਸ਼ ਕਰਦੇ ਹਨ। ਉਹਨਾਂ ਦੀ ਸੂਰਮਗਤੀ ਵਿੱਚ ਉਤਸ਼ਾਹ, ਦਲੇਰੀ, ਜੰਗ ਦਾ ਚਾਅ, ਦੁੱਖ ਜਰਨ ਦੀ ਤਾਕਤ, ਅੰਨ੍ਹਾ ਜ਼ੋਰ, ਜੰਗੀ ਕਰਤੱਵ ਦੀ ਮੁਹਾਰਤ ਅਤੇ ਵਿਸਮਾਦੀ ਆਦਿ ਤੱਤ ਮਨੁੱਖੀ ਮਨੋਵਿਗਿਆਨ ਦੇ ਨਾਇਕ ਬਣਨ ਦੀਆਂ ਖੂਬੀਆਂ ਦੇ ਧਾਰਨੀ ਹੁੰਦੇ ਹੋਏ ਵੀ ਜ਼ਿੰਦਗੀ ਦੀ ਸ਼ੁੱਧ ਵਿਸਮਾਦੀ ਜਿਗਿਆਸਾ ਵਿੱਚੋਂ ਜਾਗੇ ਪੇਚੀਦਗੀਆਂ ਦੇ ਮੰਡਲਾਂ ਨੂੰ ਜਰ ਕੇ ਜ਼ਿੰਦਗੀ ਨੂੰ ਮਿਹਰਬਾਨ ਨਜ਼ਰ ਨਾਲ ਪਾਲਣ ਦਾ ਦਿਲ ਗੁਰਦਾ ਰੱਖਦੇ ਜੁਝਾਰੂ ਨਾਇਕ ਦੀ ਦਿਸ਼ਾ ਉਜਾਗਰ ਨਹੀਂ ਕਰਦੇ। ਜਗਤ ਦੇ ਮਨਫੀ ਵਰਤਾਰੇ ਵੀ ਆਪਣੇ ਜੰਗੀ ਰੂਪਾਂ ਦੀ ਸ਼ਕਤੀ ਉਸੇ ਵਿਰਾਟ ਸ਼ਕਤੀ ਦੇ ਸਿਆਹ ਵਰਤਾਰੇ 'ਚੋਂ ਹੀ ਜਗਾਉਂਦੇ ਹਨ, ਪਰ ਨਕਾਰਾਤਮਕ ਦਿਸ਼ਾ ਹੋਣ ਕਾਰਨ ਇਹ ਸ਼ਕਤੀ ਪੂਰੀ ਪ੍ਰਜਵਲਿਤ ਨਹੀਂ ਹੁੰਦੀ, ਕਿਉਂਕਿ ਇਸ ਨੂੰ ਨਾ ਸਾਂਭੇ ਜਾਣ ਦਾ ਭੈ ਵੀ ਚੇਤਨਾ 'ਚ ਛੁਪਿਆ ਰਹਿੰਦਾ ਹੈ। ਪਰ ਜ਼ਿੰਦਗੀ ਦੀ ਨਿਰਮਲ ਦਿਸ਼ਾ ਨੂੰ ਪ੍ਰਣਾਈ ਦੇ ਇਸੇ ਸ਼ਕਤੀ ਦੇ ਵਿਰਾਟ ਵਰਤਾਰੇ ਦੇ ਮੁਕੰਮਲ ਰੂਪ ਨੂੰ ਜਗਾ ਇਸ ਨੂੰ ਅਰਦਾਸ ਦੀ ਸੁਹਾਗ ਕੋਮਲਤਾ ਅਤੇ ਮਮਤਾ ਦੀ ਦੈਵੀ ਦਿਵਤਾ ਨਾਲ ਸਕਾਰਾਤਮਕ ਦਿਸ਼ਾ ਵਿੱਚ ਇਸਤੇਮਾਲ ਕਰਦੀ ਹੈ। ਸਾਖੀ ਨੇ ਕਾਲ ਅਤੇ ਖਲਾ ਤੋਂ ਵੱਡੇ ਦੈਵੀ ਪਸਾਰ ਨੂੰ ਨਿਰਮਲ ਦੇਹੀ 'ਚ ਪੈਦਾ ਕਰ ਇਤਿਹਾਸ ਦੇ ਰੇਖਕੀ ਪਾਸਾਰ ਨੂੰ ਉਸ ਦੇ ਅਨੁਭਵੀ ਸਫ਼ਰ ਦਾ ਨਿੱਕਾ ਜੁਜ ਬਣਾ ਲੈਂਦਾ ਹੈ। ਇਸ ਅਨੁਭਵ ਦੀ ਬਿਜਲਈ ਗਤੀ ਕਿਣਕੇ ਵਿੱਚ ਸਗਲ ਫੈਲਾ ਅਤੇ ਸਗਲ ਫੈਲਾਅ ਨੂੰ ਕਿਣਕੇ ਵਾਂਗ ਅਨੁਭਵ ਕਰਨ ਦੇ ਕੌਤਕੀ ਅਨੁਭਵ ਇੱਕੋ ਪਲ ਕਰ ਸਕਦੀ ਹੈ। ਇਹ ਲਚਕਾਂ, ਤਰੰਗਾਂ ਅਤੇ ਕੇਲਾਂ ਉਸ ਦੀ ਤੀਬਰ ਗਤੀ ਦੀ ਮਰਿਆਦਾ ਕਾਰਨ ਮਨੁੱਖੀ ਸਾਦਗੀ ਦੇ
ਸਹਿਜ 'ਚ ਰਹਿੰਦੀਆਂ ਹਨ। ਜ਼ਫ਼ਰਨਾਮਾ ਮੁਗਲਾਂ ਦੇ ਨਸਲੀ ਜ਼ੋਰ, ਸੋਝ ਦੀ ਕੋਮਲ ਅਨੁਭੂਤੀ, ਇਸਲਾਮੀ ਤੇ ਚੰਗੇਜ਼ੀ ਪਿਛੋਕੜ ਦੇ ਮੰਗੋਲੀ ਕਾਨੂੰਨ, ਫਕੀਰੀ ਦੀ ਅਰਧ-ਜਾਗੀ ਤਲਾਸ਼, ਗਿਆਨ ਆਦਿ ਤੇ ਵਕਤੀ ਜ਼ੁਲਮ ਵਿਰੁੱਧ ਫਤਿਹ ਨਹੀਂ, ਬਲਕਿ ਇਹ ਯਹੂਦੀ ਆਧਾਰ ਵਾਲੇ ਕੁੱਲ ਨਸਲੀ ਵਰਤਾਰੇ ਦੇ ਰੇਖਕੀ ਇਤਿਹਾਸ ਦੀ ਦਿਸ਼ਾ 'ਤੇ ਫਤਿਹ ਹੈ। ਇਹ ਫਤਿਹ ਦਾ ਖਤ ਨਿਰਮਲ ਦੇਹੀ ਦੇ ਇਤਿਹਾਸ ਦੇ ਰੇਖਕੀ ਫੈਲਾਅ ਤੋਂ ਅਜ਼ੀਮ ਹੋਣ ਦਾ ਜੇਤੂ ਪਰਚਮ ਹੈ। ਇਹ ਨਿਰਮਲ ਦੇਹੀ ਰਾਜ ਦੇ ਆਧਾਰਾਂ ਤੋਂ ਵੱਡੇ ਅਨੁਭਵ ਵਿੱਚ ਚਲੀ ਜਾਂਦੀ ਹੈ। ਇਹ ਕਿਸੇ ਵੀ ਹਾਲਤ ਵਿੱਚ ਸਮਾਜ ਦੇ ਦੁਖੀ ਲਤਾੜੇ ਵਰਗਾਂ ਨੂੰ ਉਹਨਾਂ ਦੀ ਪੀੜ ਤੋਂ ਮੁਕਤ ਕਰਨ ਹਿੱਤ ਆਪਣੇ ਅਨੁਭਵ ਦੇ ਆਦਰਸ਼ 'ਚ ਸ਼ਾਮਲ ਕਰ ਆਜ਼ਾਦੀ ਦਾ ਹਲੇਮੀ ਰਾਜ ਸਥਾਪਿਤ ਕਰ ਸਕਦੀ ਹੈ। ਬਾਬਰਵਾਣੀ ਵਿੱਚ ਭਾਈ ਲਾਲੋ ਜੀ ਨੂੰ ਧੁਰਕੀ ਬਾਣੀ 'ਚ ਸ਼ਾਮਲ ਕਰਾਉਣਾ ਅਤੇ ਜ਼ਫ਼ਰਨਾਮਾ ਭਾਈ ਦੇਸੂ ਤਰਖਾਣ ਦੇ ਘਰ ਦੀਨੇ ਕਾਂਗੜ ਲਿਖੇ ਜਾਣਾ ਦਰਸਾਉਂਦਾ ਹੈ ਕਿ ਸਾਖੀ ਨੇਮ ਦੀ ਨਿਵਾਜਿਸ਼ ਸ਼ਬਦ ਨੂੰ ਸਮਰਪਿਤ ਅਨੁਭਵ ਤੇ ਦਿਵਤਾ ਦੇ ਰੇਖਾ ਗਣਿਤਕ ਪਾਸਾਰ ਰਾਹੀਂ ਧਰਤੀ 'ਤੇ ਨਸਲੀ ਚੇਤਨਾ ਵਾਲੇ ਪਦਾਰਥ ਦੇ ਸੂਖਮ ਬ੍ਰਹਿਮੰਡ ਸਿਧਾਂਤਾਂ ਦੇ ਅਨੁਪਾਤਾਂ ਦੇ ਅਨੁਭਵ ਨਾਲ ਰਾਜ ਕਰਦੇ ਬਲ ਨਿਯਮਾਂ ਨੂੰ ਤੁੜਵਾ ਸਕਦੀ ਹੈ। ਸ਼ਬਦ ਨੂੰ ਸਮਰਪਿਤ ਅਨੁਭਵ ਦੀ ਨਿਮਰ ਕਿਰਤ ਦੀ ਧਾਰ ਦੁੱਧ ਵਰਗੀ ਸ਼ੁੱਧ ਤੇ ਪਵਿੱਤਰ ਹੈ ਤੇ ਨਸਲੀ ਚੇਤਨਾ ਦੇ ਅਨੁਭਵ ਦੀ ਬੌਧਿਕ ਹੋਂਦ ਦੇ ਪਦਾਰਥ ਲਹੂ ਚੋਂਦੇ ਕਰਮ ਦੇ ਲਿਸ਼ਕ ਦੇ ਰੂਪ ਹਨ। ਅਨੁਪਾਤ ਨਸਲੀ ਹੋਂਦ 'ਚੋਂ ਸੰਕਲਪ, ਇਤਿਹਾਸ ਦੀ ਲਕੀਰੀ ਤੌਰ, ਭਵਨ ਕਲਾ, ਰਾਜ, ਦੇਵਤਿਆਂ ਦੇ ਤਰਾਸ਼ੇ ਤੇ ਸ਼ੁੱਧ ਨਿਸ਼ਚਿਤਤਾ ਦੇ ਮਾਣਮੱਤੇ ਪ੍ਰਪੱਕ ਰੂਪ ਆਦਿ ਦੀ ਹੱਠੀ ਜਿੱਦ ਵਾਲੇ ਵਰਤਾਰੇ ਪੈਦਾ ਕਰਕੇ ਖਲਾਅ ਵਿੱਚ ਕਿਸੇ ਤਣਾਅ ਵਿੱਚ ਖੜ੍ਹਦਾ ਹੈ। ਭਾਈ ਲਾਲੋ ਦੀ ਮਸਕੀਨ ਕਿਰਤ ਤਕਨਾਲੋਜੀ ਦੇ ਹੱਠੀ ਰੂਪਾਂ ਨੂੰ ਆਪਣੀ ਸ਼ਬਦ ਸਮਰਪਿਤ ਦਿਸ਼ਾ ਨਾਲ ਤੋੜ ਦੇਵੇਗੀ ਤੇ ਤਕਨਾਲੋਜੀ ਦੀ ਉਪਜ ਪਿੱਛੇ ਕਾਰਜਸ਼ੀਲ ਅਨੁਪਾਤ, ਜਿਸ ਤੋਂ ਤਰਕ ਸ਼ਬਦ ਵਿਉਤਪਤੀ ਦੇ ਹਰ ਕਾਲ ਵਿੱਚ ਫੈਲਦੇ ਹੰਕਾਰੀ ਪਸਾਰ ਤੇ ਜਿੱਤ ਦਾ ਖਤ ਲਿਖਣ ਦਾ ਘਰ ਬਣੇਗੀ। ਮੌਜੂਦਾ ਪੂੰਜੀਵਾਦੀ ਵਿਧਾਨ ਅਨੁਪਾਤ ਦੀ ਨਸਲੀ ਦਿਸ਼ਾ 'ਚੋਂ ਉੱਭਰੇ ਦੇਵਤਿਆਂ ਦੀਆਂ ਅਨੁਭੂਤੀਆਂ ਤੇ ਉਸਦੇ ਦਾਰਸ਼ਨਿਕ ਆਧਾਰਾਂ ਨੂੰ ਵਰਤ ਤਕਨਾਲੋਜੀ ਦੀ ਮਨੁੱਖ ਦੀ ਦੈਵੀ ਸੰਪੂਰਨਤਾ ਤੇ ਦੂਜੇ ਸਮਾਜਾਂ ਉੱਤੇ ਹੋਂਦ ਦੀ ਅਰਾਜਕਤਾ ਜਮਾ ਰਿਹਾ ਹੈ। ਪਰ ਭਾਈ ਲਾਲੋ ਦਾ ਬਾਬਰਵਾਣੀ ਦੇ ਉਤਰਨ ਵਿੱਚ ਸ਼ਾਮਲ ਹੋਣਾ ਦੱਸਦਾ ਹੈ ਕਿ ਦੈਵੀ ਸਮਰਪਣ 'ਚ ਆਇਆ ਅਨੁਪਾਤ ਦਾ ਪਾਰਦਰਸ਼ੀ ਹਲੀਮ ਅਨੁਭਵ
ਇਤਿਹਾਸ ਵਿੱਚ ਚੱਲਦੇ ਰੇਖਕੀ ਸਮੇਂ ਦੀ ਚੇਤਨਾ ਦੇ ਨਸਲੀ ਵਰਤਾਰਿਆਂ, ਜੰਗੀ ਨੇਮਾਂ 'ਤੇ ਜੇਤੂ ਰਹੇਗਾ। ਭਾਈ ਲਾਲੋ ਦੀ ਕਿਰਤ ਅਨੁਪਾਤ ਤੇ ਰੇਖਾ ਗਣਿਤ ਦੀ ਧਿਆਨੀ ਦਿਸ਼ਾ ਹੈ, ਜੋ ਉਸ ਨੂੰ ਰੇਖਾ ਦੇ ਬੇਮੰਜ਼ਲ ਪਸਾਰ ਤੋਂ ਮੁਕਤ ਕਰ ਦਾਇਰੇ ਦੇ ਸੰਦੀਵੀ ਸੰਪੂਰਨ ਘਰ ਤੱਕ ਪਹੁੰਚਾਉਂਦੇ ਹਨ। ਉਹਨਾਂ ਦੀ ਕਿਰਤ ਸਥੂਲ ਤੇ ਕਾਰਜਸ਼ੀਲ ਪੁਰਖ ਦੀ ਨਸਲੀ ਦਿਸ਼ਾ ਦੀ ਪ੍ਰਧਾਨਤਾ ਵਾਲੇ ਜਗਤ ਵਿੱਚ ਦੈਵੀ ਅਰਦਾਸ ਦੀ ਇਸਤਰੀ ਕੋਮਲਤਾ ਦਾ ਸੰਤੁਲਨ ਉਤਾਰ ਇਤਿਹਾਸ ਦੇ ਨਸਲੀ ਅਰਾਜਕਤਾ ਦੇ ਜ਼ੁਲਮ ਨੂੰ ਤੋੜਨ ਦਾ ਰਾਹ ਕੱਢਦੀ ਹੈ। ਅਨੁਪਾਤ 'ਤੇ ਆਧਾਰਿਤ ਰੇਖਾ ਗਣਿਤ, ਅੰਕ ਗਣਿਤ, ਖਗੋਲ ਵਿਗਿਆਨ ਤੇ ਸੰਗੀਤ ਸਾਰੀਆਂ ਮਨੁੱਖੀ ਦਿਸ਼ਾਵਾਂ ਵਿੱਚ ਕਾਰਜਸ਼ੀਲ ਹਨ। ਸਾਖੀ ਨੇ ਸ਼ਬਦ ਦੇ ਦੈਵੀ ਨੇਮ ਨੂੰ ਸਮਰਪਿਤ ਅਨੁਪਾਤ ਅਨੁਭਵ ਵਿੱਚੋਂ ਇਹ ਸਾਰੇ ਪਸਾਰ ਜਗਾ ਇੱਕ ਨਵੇਂ ਸਮਾਜ, ਮਨੁੱਖ ਤੇ ਜ਼ਿੰਦਗੀ ਦੀ ਉੱਚੀ ਸੋਝੀ ਨੂੰ ਪੈਦਾ ਕਰਦਾ ਹੈ। ਸਾਖੀ ਨੇਮ ਦੀ ਬਰਕਤ ਭਰੀ ਨਜ਼ਰ ਨਿੱਕੇ ਛਿਣਾਂ ਨੂੰ ਬ੍ਰਹਿਮੰਡੀ ਫੈਲਾਵਾਂ ਵਿੱਚ ਲੈ ਜਾ ਇਤਿਹਾਸ ਨੂੰ ਨਿੱਕੇ ਛਿਣ 'ਚ ਤਬਦੀਲ ਕਰ ਉਸ ਦੀ ਨਵੀਂ ਘਾੜਤ ਘੜਦੀ ਹੈ। ਸਮਾਜਿਕ ਇਤਿਹਾਸਕ ਚੇਤਨਾ ਕਿਸੇ ਪ੍ਰਪੱਕ ਕਾਨੂੰਨ ਦੇ ਤਹਿਤ ਹੀ ਆਪਣਾ ਸੰਪੂਰਨ ਫੈਲਾਅ ਧਾਰਨ ਕਰ ਸਕਦੀ ਹੈ। ਇਤਿਹਾਸ ਦੀ ਚੇਤਨਾ ਵਿੱਚ ਇੰਦਰਿਆਵੀ ਅਨੁਭਵ ਦੀ ਦਿਸ਼ਾ ਵਿੱਚ ਬ੍ਰਹਿਮੰਡ ਅਤੇ ਕਾਲ ਦੀ ਅਨੁਭਵ ਗਤੀ ਤੇ ਗਹਿਰਾਈ ਅਕਹਿਰੀ ਰੇਖਕੀ ਰਹਿੰਦੀ ਹੈ। ਇਸ ਵਿੱਚ ਚੇਤਨਾ ਅਨੰਤ ਗਹਿਰਾਈਆਂ, ਵਿਰੋਧਾਭਾਸਾਂ ਅਤੇ ਪੇਚੀਦਾ ਸਥਿਤੀਆਂ ਦੀ ਅਕੈਤਾ ਆਦਿ ਨੂੰ ਨਜ਼ਰ ਅੰਦਾਜ਼ ਕਰਦੀ ਹੈ। ਇੱਥੇ ਇੰਦਰੀਆਂ ਦੇ ਪ੍ਰਚੰਡ ਅਨੁਭਵ ਦੀ ਬਜਾਏ ਸਧਾਰਨ ਅਨੁਭਵ ਦੀ ਬਹੁ ਗਿਣਤੀ ਦੇ ਆਧਾਰ ਨੂੰ ਪ੍ਰਮੁੱਖ ਬਣਾ ਲਿਆ ਜਾਂਦਾ ਹੈ। ਸਮਾਜਿਕ ਇਤਿਹਾਸਕ ਚੇਤਨਾ ਨੂੰ ਪੇਸ਼ ਕਰਦਾ ਕਾਵਿ ਆਕਰਸ਼ਕ ਤਾਂ ਹੀ ਬਣਦਾ ਹੈ। ਸਮਾਜਿਕ ਇਤਿਹਾਸਕ ਚੇਤਨਾ ਨੂੰ ਪੇਸ਼ ਕਰਦਾ ਕਾਵਿ ਆਕਰਸ਼ਕ ਤਾਂ ਹੀ ਬਣਦਾ ਹੈ ਜੇ ਉਸ ਵਿੱਚ ਰੋਮਾਂਟਿਕ ਕਲਪਨਾ ਨੇ ਆਪਣੀ ਪੂਰੀ ਨਜਾਕਤ ਕਮਾ ਲਈ ਹੋਵੇ। ਪ੍ਰੋਫੈਸਰ ਮੋਹਨ ਸਿੰਘ, ਅਮਰਤਾ ਪ੍ਰੀਤਮ, ਅਹਿਮਦ ਨਦੀਮ ਕਾਸਮੀ, ਸਾਹਿਰ, ਕੈਫੀ ਆਜ਼ਮੀ, ਫੈਜ਼ ਅਹਿਮਦ ਫੈਜ਼ ਦੇ ਸਮਾਜਿਕ ਇਤਿਹਾਸਕ ਚੇਤਨਾ ਵਾਲੇ ਕਾਵਿ ਦਾ ਚੰਗਾ ਹਿੱਸਾ ਰੋਮਾਂਟਿਕ ਕਲਪਨਾ ਦੀ ਕਮਾਈ ਦੇ ਸ਼ਾਮਲ ਹੋਣ ਕਰਕੇ ਹੀ ਉਜਾਗਰ ਹੋ ਸਕਿਆ ਹੈ। ਰੋਮਾਂਟਿਕ ਕਲਪਨਾ ਭਾਵਨਾ, ਸੰਵੇਦਨਾ, ਜਜ਼ਬਾਤੀ ਪ੍ਰਗਟਾਅ ਦਾ ਜ਼ੋਰ, ਜਿੰਦਾ ਦਿਲੀ, ਰੰਗੀਨੀ ਆਦਿ ਦੀ ਇਕੱਠੀ ਧੜਕਣ ਦਾ ਜ਼ੋਰ ਸਮਾਜਿਕ ਚੇਤਨਾ ਵਿੱਚ ਹਲੂਲ ਕਰ ਦਿੰਦੀ ਹੈ, ਜਿਸ ਨਾਲ ਕਵਿਤਾ ਪ੍ਰਚੰਡ ਤਾਕਤਵਰ ਜਲਾਲ 'ਚ ਤਾਂ ਨਹੀਂ, ਪਰ ਸੁੰਦਰ ਸੀਲੇ ਅੰਸ਼ਕ ਉਤੇਜਨਾ ਵਾਲੇ ਵਹਿਣ 'ਚ ਬਦਲਦੀ ਹੈ। ਮੈਂ ਨਹੀਂ ਰਹਿਣਾ ਤੇਰੇ ਗ੍ਰਾਂ ਮੋਹਨ ਸਿੰਘ, ਤਾਜ ਮਹਿਲ ਸਾਹਿਰ ਲੁਧਿਆਣਵੀ, ਮੁਝਸੇ ਪਹਿਲੀ ਸੀ ਮੁਹੱਬਤ ਫੈਜ਼ ਅਹਿਮਦ ਫੈਜ਼ ਕਵਿਤਾਵਾਂ ਉਪਰੋਕਤ ਸੱਚ ਦੀ ਗਵਾਹੀ ਹਨ। ਇਸ ਦੇ ਉਲਟ ਜੇ ਰੋਮਾਂਟਿਕ ਕਲਪਨਾ ਦੇ ਤਰਾਸ਼ੇ ਰੂਪ ਪੂਰੇ ਸਹੀ ਅਨੁਪਾਤ ਵਿੱਚ ਨਾ ਚੱਲਣ ਤਾਂ ਸਮਾਜਿਕ ਚੇਤਨਾ ਦਾ ਕਾਵਿ ਅਣਘੜਤਾ ਨਾਲ ਇਹ ਊਰਜਾ
ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਸਿੱਧਰੇ ਖਿਆਲਾਂ ਦਾ ਪ੍ਰਚਾਰ ਬਣ ਅਲਕਤ ਵੀ ਪੈਦਾ ਕਰਦਾ ਹੈ। ਜਿਵੇਂ ਪਾਸ਼ ਦੀ ਕਵਿਤਾ ਕਲਾਮ ਮਿਰਜ਼ਾ ਆਦਿ ਵਿੱਚ ਊਰਜਾ ਤਾਂ ਰੋਮਾਂਟਿਕ ਕਲਪਨਾ ਦੇ ਪਸਾਰ 'ਚੋਂ ਲਈ ਜਾ ਰਹੀ ਹੈ, ਪਰ ਉਸ ਦੇ ਤਰਾਸ਼ੇ ਰੂਪ ਨਾ ਹੋਣ ਕਾਰਨ ਕਵਿਤਾ ਅਰਥ ਟਕਰਾਅ ਦੀ ਸਥਿਤੀ 'ਚੋਂ ਆਪਣੀ ਦਿਸ਼ਾ ਭਾਲਣ ਲੱਗ ਪੈਂਦੀ ਹੈ। ਪਾਸ਼ ਦੀਆਂ ਕਵਿਤਾਵਾਂ ਵਿਚਲੀ ਅਣਘੜਤਾ, ਨਾਅਰੇਬਾਜ਼ੀ ਅਤੇ ਜਨੂੰਨੀ ਨਾਅਰੇ ਉਪਰੋਕਤ ਘਾਟ ਕਾਰਨ ਹੀ ਉੱਭਰਦੇ ਹਨ। ਫੈਜ਼ ਦੀ ਸ਼ਾਇਰੀ ਵਿੱਚ ਰੋਮਾਂਟਿਕ ਕਲਪਨਾ ਉਰਦੂ ਪਰੰਪਰਾ ਅਤੇ ਕੁਆਰੇ ਚਾਅ ਵਾਲੇ ਪੰਜਾਬੀ ਲੋਕ ਗੀਤਾਂ ਦੀ ਦੇਣਦਾਰ ਹੈ। ਉਹਨਾਂ ਦੁਆਰਾ ਰਚੇ ਪੰਜਾਬੀ ਗੀਤ ਨਿਰੋਲ ਰੋਮਾਂਟਿਕ ਦਿਸ਼ਾ 'ਚ ਹੀ ਹਨ। ਉਸ ਦੇ ਨਿੱਜੀ ਅਨੁਭਵ ਵਿੱਚ ਵਿਰਲਾ ਹੋਣ ਕਾਰਨ ਉਸ ਦੀ ਸ਼ਾਇਰੀ ਵਿੱਚ ਸਮਾਜਿਕ ਦੁੱਖ ਦੀ ਚੀਸ ਅਲਕਤ ਵੀ ਬਣਦੀ ਹੈ। ਰੋਮਾਂਟਿਕ ਕਲਪਨਾ ਅਤੇ ਸਮਾਜਿਕ ਚੇਤਨਾ ਵਾਲੇ ਕਾਵਿ ਦੀ ਵਿੱਥ ਵਿੱਚ ਇੱਕ ਟਕਰਾਅ ਵੀ ਚੱਲ ਰਿਹਾ ਹੈ, ਜੋ ਹਰ ਕਵੀ ਦੇ ਅਨੁਭਵ ਵਿੱਚ ਆਉਣਾ ਹੀ ਹੈ। ਰੋਮਾਂਟਿਕ ਕਲਪਨਾ ਤੋਂ ਖੁਰਾਕ ਲੈਂਦਿਆਂ ਵੀ ਕਵੀ ਨੇ ਰੋਮਾਂਟਿਕ ਕਲਪਨਾ ਦੇ ਪਸਾਰ ਨੂੰ ਨਖੇਧਮਈ ਬਣਾਉਣਾ ਹੀ ਹੁੰਦਾ ਹੈ ਅਤੇ ਜ਼ਿਆਦਾਤਰ ਰੋਮਾਂਟਿਕ ਕਲਪਨਾ ਦੇ ਪਸਾਰ ਆਸਰੇ ਹੀ ਸਮਾਜਿਕ ਚੇਤਨਾ ਵਾਲੇ ਕਾਵਿ ਦਾ ਵਿਸ਼ਾ ਸਾਹਿਤ ਵਿੱਚ ਟਿਕਦਾ ਹੈ। ਗਦਰ ਲਹਿਰ ਦੀ ਕਵਿਤਾ ਕੇਸਰ ਸਿੰਘ ਨਾਵਲਕਾਰ ਪਿੱਛੇ ਸਮਕਾਲੀ ਸਟੇਜੀ ਕਵਿਤਾ ਅਤੇ ਸਿੰਘ ਸਭਾ ਲਹਿਰ ਦੇ ਸੰਘਰਸ਼ ਨੂੰ ਪ੍ਰੇਰਨਾ ਦਿੰਦੇ ਕਾਵਿ ਕਰਤਾਰ ਸਿੰਘ ਕਲਾਸਵਾਲੀਆ, ਵਿਧਾਤਾ ਸਿੰਘ ਤੀਰ ਆਦਿ ਦੀ ਪ੍ਰੇਰਨਾ ਮੌਜੂਦ ਹੈ। ਛੰਦਾਂ ਦੀ ਵੰਨ-ਸੁਵੰਨਤਾ ਨਾਲ ਭਰਪੂਰ ਸਮਾਜਿਕ ਰਾਜਸੀ ਚੇਤਨਾ ਵਾਲੇ ਇਸ ਕਾਵਿ ਵਿੱਚ ਸੂਫੀ ਕਾਵਿ ਤੋਂ ਪ੍ਰਭਾਵਿਤ ਕਿੱਸਾ ਕਵਿਤਾ ਦੇ ਮੁਹਾਵਰੇ ਅਤੇ ਅੰਦਾਜ਼ ਅਤੇ ਲੋਕ ਸਾਹਿਤ ਵਿਚਲੇ ਕੁਆਰੇ ਭਾਵਾਂ ਦੀ ਚੰਚਲ ਰੋਮਾਨੀ ਦਿਸ਼ਾ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਇਹ ਤਿੰਨੇ ਦਿਸ਼ਾਵਾਂ ਸਮਾਜਿਕ ਸੰਘਰਸ਼ ਦੇ ਕ੍ਰਾਂਤੀਕਾਰੀ ਅਨੁਭਵ ਨੂੰ ਅੱਗੇ ਤੋਰਨ ਤੋਂ ਅਸਮਰਥ ਹਨ। ਇਸ ਦੌਰ ਦੀ ਕਿੱਸਾ ਕਵਿਤਾ ਵਿੱਚ ਭਗਵਾਨ ਸਿੰਘ, ਪੰਡਿਤ ਮਾਨ ਸਿੰਘ ਬ੍ਰੈਕਟ ਵਿੱਚ ਕਾਲੀਦਾਸ ਗੁਜਰਾਂਵਾਲੀਆ, ਪੰਡਿਤ ਮਾਨ ਸਿੰਘ ਨੂੰ ਹੀ ਸ਼ਾਇਦ ਕਾਲੀਦਾਸ ਗੁਜਰਾਂਵਾਲੀਆ ਕਹਿੰਦੇ ਸਨ, ਕਾਹਨ ਸਿੰਘ, ਦੌਲਤ ਰਾਮ, ਕਰਤਾਰ ਸਿੰਘ ਕਲਾਸਵਾਲੀਆ, ਵਿਧਾਤਾ ਸਿੰਘ ਤੀਰ, ਸਾਧੂ ਦਇਆ ਸਿੰਘ ਆਰਿਫ, ਧਨੀ ਰਾਮ ਚਾਤਰਿਕ ਆਦਿ ਕਵੀਆਂ ਨੇ ਪੰਜਾਬੀ ਕਵਿਤਾ ਦੇ ਰੋਮਾਂਸ ਤੱਤ ਨੂੰ ਇਸ ਧਰਤੀ ਦੇ ਚਿੰਤਨ 'ਚੋਂ ਜਾਗੇ ਗਿਆਨ ਜਪਤ ਦੇ ਸ਼ਿੰਗਾਰ ਭਾਵ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਸਮਾਜਿਕ ਰਾਜਨੀਤਿਕ ਪ੍ਰਭਾਵਾਂ ਕਾਰਨ ਇਨ੍ਹਾਂ ਕਵੀਆਂ ਨੇ ਪਹਿਲੀ ਕਿੱਸਾ ਪਰੰਪਰਾ ਦੀ ਰੋਮਾਂਸ ਦਿਸ਼ਾ ਤੋਂ ਅਸੰਤੁਸ਼ਟੀ ਦਿਖਾਉਂਦੇ ਉਸ ਦਿਸ਼ਾ ਦੀ ਭਾਲ ਕੀਤੀ ਜਿਸ ਨਾਲ ਸਮਾਜਿਕ ਸੰਘਰਸ਼ ਅਤੇ ਰੋਮਾਂਟਿਕ ਕਲਪਨਾ ਦਾ ਸਾਂਝਾ ਤਾਲ ਬਣ ਸਕੇ। ਪਰ ਇਸ ਸੰਗ੍ਰਹਿ ਵਿਚਲੇ ਕਾਵਿ ਦੀ ਅਨੁਭੂਤੀ ਕਾਵਿਕਤਾ ਦੇ ਪੂਰੇ ਜੋਬਨਵੰਤ ਮਾਹੌਲ ਨੂੰ ਨਹੀਂ ਸਿਰਜਦੀ। ਸਮਾਜਿਕ ਚੇਤਨਾ ਵਾਲਾ ਕਾਵਿ ਜੇ ਰੋਮਾਂਟਿਕ ਕਲਪਨਾ ਦੀ ਵੰਨ-ਸੁਵੰਨਤਾ ਵਾਲੇ
ਇੱਕ ਦੂਜੇ 'ਚ ਰਲਗੱਡ ਪ੍ਰਭਾਵਾਂ ਨੂੰ ਸਹੀ ਅਨੁਪਾਤ ਵਿੱਚ ਵਰਤੇ ਤਾਂ ਹੀ ਕਵਿਤਾ ਚੇਤਨਾ ਵਿੱਚ ਰਸਿਕ ਥਾਂ ਲੈ ਸਕਦੀ ਹੈ। ਸੋ ਪੰਜਾਬੀ ਗੀਤ ਅਤੇ ਸਮਾਜਿਕ ਰਾਜਨੀਤਿਕ ਸੰਘਰਸ਼ ਦੀ ਸਾਂਝੀ ਤਾਲ ਦੇ ਨਿਸ਼ਾਨ ਲੱਭਣੇ ਅਜੇ ਬਾਕੀ ਹਨ। ਸਮਾਜਿਕ ਇਤਿਹਾਸਕ ਚੇਤਨਾ ਵਿੱਚ ਧਿਰਾਂ ਦੀ ਜੋ ਵੰਡ ਹੋਈ ਹੈ ਉਹ ਬਸਤੀਵਾਦੀ ਚਿੰਤਨ ਦੇ ਆਧਾਰਾਂ ਦੀ ਵੰਡ 'ਚੋਂ ਉੱਭਰਦੀ ਹੈ। ਦਲਿਤ, ਨਾਰੀਵਾਦ, ਕੌਮੀਅਤਾਂ, ਦੇਸ਼ ਆਦਿ ਜੋ ਆਪਣੀ ਸਥਿਤੀ ਨੂੰ ਬਦਲਣਾ ਚਾਹੁੰਦੇ ਹਨ, ਸਭ ਉਪਰੋਕਤ ਆਧਾਰਾਂ 'ਚ ਹੀ ਸਫ਼ਰ ਕਰ ਰਹੇ ਹਨ। ਮਾਰਕਸਵਾਦੀ ਨਜ਼ਰੀਏ ਤੋਂ ਇਸ ਦੁੱਖ ਨੂੰ ਪ੍ਰੋਲੋਤਾਰੀ ਅਤੇ ਬੁਰਜਵਾ ਵੰਡਾਂ ਤਹਿਤ ਲਿਆ ਕੇ ਵਿਆਖਿਆ ਕੀਤੀ ਜਾਂਦੀ ਹੈ। ਇਨ੍ਹਾਂ ਦੋਹਾਂ ਦੇ ਆਧਾਰ ਪਦਾਰਥਕ ਹਨ। ਪੂੰਜੀਵਾਦ ਪਦਾਰਥ ਨੂੰ ਰੋਮਾਂਟਿਕ ਕਰਨ ਦੀਆਂ ਦਿਸ਼ਾਵਾਂ ਦੀ ਅਮੁੱਕ ਸੰਭਾਵਨਾਵਾਂ ਜਗਾਉਂਦਾ ਹੈ। ਮਾਰਕਸਵਾਦ ਮਨੁੱਖੀ ਦੁੱਖ ਅਤੇ ਚੀਸ ਨੂੰ ਫੈਲਾ ਤੇ ਸਮਾਜਵਾਦ ਦੇ ਭਵਿੱਖੀ ਸਵਰਗ ਦਾ ਸੁਪਨਾ ਸਾਜ ਪਦਾਰਥ ਨਾਲ ਰਿਸ਼ਤਾ ਬਣਾਉਂਦੇ ਹੋਏ ਵੀ ਯੋਗ ਵਰਗੇ ਜ਼ਬਤ ਦੀ ਮੰਗ ਕਰਦਾ ਹੈ। ਮਾਰਕਸਵਾਦ ਵਿਅਕਤੀ ਦੀ ਚੇਤਨਾ ਅੰਦਰ ਇਸ ਜ਼ਬਤ ਨੂੰ ਕੋਈ ਨਿੱਜੀ ਆਧਾਰ ਨਹੀਂ ਦਿੰਦਾ। ਪਦਾਰਥ ਦੀ ਵੰਨ ਦੀ ਰੋਮਾਂਟਿਕ ਦਿਸ਼ਾ 'ਤੇ ਅੱਖਾਂ ਧੁੰਦਲਾਉਂਦੀ ਲਿਸ਼ਕ ਇੱਥੇ ਵੀ ਆਕਰਸ਼ਣ ਦਿਖਾਉਂਦੀ ਹੈ। ਪੂੰਜੀਵਾਦ ਕੁਦਰਤ ਨੂੰ ਲੁੱਟ, ਲੋਕ ਮਾਨਸਿਕਤਾ ਨੂੰ ਲਿਸ਼ਕ ਦੇ ਆਕਰਸ਼ਣ ਦੀ ਤੇਜ਼ੀ ਦੇ ਪੂੰਜੀਵਾਦ ਕੁਦਰਤ ਨੂੰ ਲੁੱਟ, ਲੋਕ ਮਾਨਸਿਕਤਾ ਨੂੰ ਲਿਸ਼ਕ ਦੇ ਆਕਰਸ਼ਣ ਦੀ ਤੇਜ਼ੀ ਦੇ ਪੂੰਜੀ ਪੈਦਾ ਕਰਦਾ, ਪਦਾਰਥ ਨੂੰ ਇੰਦਰਿਆਵੀ ਤੇ ਮਾਨਸਿਕ ਸੁੱਖਾਂ ਦੀ ਬੇਹੱਦ ਕੋਮਲਤਾ ਤੇ ਸਹੂਲਤ ਦਿੰਦਾ ਹੈ। ਇਹ ਚਮਕੀਲੀ, ਲਲਚਾਉਂਦੀ, ਮਾਇਆਵੀ ਲਿਸ਼ਕ ਦਿੰਦਾ, ਪਦਾਰਥ ਦੀ ਤਰੱਕੀ ਕਰਵਾਉਂਦਾ, ਵਿਅਕਤੀ ਨੂੰ ਜ਼ੋਰਾਵਰ ਖਿੱਚ ਪਾਉਂਦਾ ਹੈ ਕਿ ਵਿਅਕਤੀ ਇਸ ਨਾਲ ਮੁਕਾਬਲਾ ਕਰਨੋਂ ਅਸਮਰਥ ਰਹਿ ਜਾਂਦਾ ਹੈ। ਇਹ ਪਦਾਰਥ ਨੂੰ ਕਾਲ ਚੇਤਨਾ ਦੇ ਅਹਿਸਾਸ ਤੋਂ ਪਰਦਾਪੋਸ਼ੀ ਤੇ ਅਗਿਆਨਤਾ 'ਚ ਰੱਖ ਉਸ ਵਿੱਚ ਇਸਤਰੀ ਹੁਸਨ ਤੇ ਇੰਦਰਿਆਵੀ ਕਲੋਲ ਦੇ ਜਾਦੂਈ ਤੱਤ ਨੂੰ ਸ਼ਾਮਲ ਕਰਾ ਵਿਅਕਤੀ ਨੂੰ ਇੰਦਰਿਆਵੀ ਪੱਧਰ 'ਤੇ ਭਰਮਾਉਂਦਾ ਤੇ ਲਲਚਾਉਂਦਾ ਹੈ। ਇਸੇ ਕਾਰਨ ਇਹ ਵਿਗਿਆਨ, ਤਕਨਾਲੋਜੀ ਜਾਂ ਹਰ ਪੱਧਰ 'ਤੇ ਗਿਆਨ ਨੂੰ ਵਰਤਦਾ ਹੋਇਆ ਵੀ ਸਹੀ ਗਿਆਨ ਨੂੰ ਖਾਂਦਾ ਹੈ। ਪਦਾਰਥ ਦੀ ਤਹਿ ਥੱਲੇ ਪਦਾਰਥ ਦੇ ਹੋਰ ਅਸੰਖਾਂ ਸੂਖਮ ਤੇ ਅਦਭੁਤ ਸੰਸਾਰ ਵਸਦੇ ਹਨ। ਸਦੀਆਂ ਦੇ ਮਨੁੱਖੀ ਅਨੁਭਵ ਨੇ ਕੀਮੀਆ ਤੇ ਜਾਦੂ ਦੇ ਅਨੁਭਵਾਂ ਰਾਹੀਂ ਉਸ ਦੇ ਇਸ਼ਾਰੇ ਦਿੱਤੇ ਹਨ। ਇਹ ਅਨੁਭਵ ਨਾਦ, ਸੰਗੀਤ, ਧਿਆਨ ਅਤੇ ਚੇਤਨਾ ਦੀਆਂ ਹੋਰ ਸੂਖਮ ਪ੍ਰਾਪਤੀਆਂ ਰਾਹੀਂ ਪਦਾਰਥ ਦੇ ਅਚੰਭਿਤ ਅਨੁਭਵਾਂ ਦੀ ਦੱਸ ਪਾਉਂਦੇ ਹਨ। ਯਹੂਦੀ ਗ੍ਰੰਥ ਤੌਰੇਤ ਦੀ ਸੂਖਮ ਤੇ ਗੁਪਤ ਰਹੱਸ ਅਨੁਭੂਤੀ ਤੇ ਉਸਰਿਆ ਸੂਖਮ ਗਿਆਨ ਦਾ ਖਜ਼ਾਨਾ, ਕਬਾਲਾ ਅਤੇ ਅਥਰਵ-ਵੇਦ ਤੇ ਹੋਰ ਕਬੀਲਾਈ ਅਭਿਆਸਾਂ ਨੂੰ ਆਪਣੇ 'ਚ ਸਮਾਉਂਦਾ ਨਾਦ ਦਾ ਮਹਾਵਰਤਾਰਾ ਤੰਤਰ ਪਦਾਰਥ ਦੀਆਂ ਬਹੁਤ ਮਹੀਨ ਅਨੁਭੂਤੀਆਂ ਦੇ ਗੋਹਜ ਵਰਤਾਰੇ ਹਨ। ਇਨ੍ਹਾਂ ਦੋਹਾਂ ਅਨੁਭਵਾਂ ਦੀ ਸੂਖਮਤਾ ਅਤੇ ਵਿਸ਼ਾਲ ਬ੍ਰਹਿਮੰਡੀ ਇਕਸੁਰਤਾ ਦੇ ਜਲਾਲ ਨੂੰ ਸਮਝ ਕੇ ਪਦਾਰਥ ਨਾਲ ਰਿਸ਼ਤਾ ਹੋਰ ਗਹਿਰਾ
ਅਤੇ ਤਰਲ ਹੁੰਦਾ ਹੈ। ਸਾਖੀ ਨਿਯਮ ਇਹਨਾਂ ਅਨੁਭਵਾਂ ਦੀ ਗੋਝ ਰਮਝ ਉੱਪਰ ਪ੍ਰਕਿਰਤਕ ਅਚੰਭੇ ਅਤੇ ਜ਼ੋਰ ਨੂੰ ਆਪਣੇ ਜ਼ੋਰਾਵਰ ਮਰਿਆਦਾਮਈ ਸਹਿਜ ਨਾਲ ਮਨੁੱਖੀ ਸਾਦਗੀ 'ਚ ਲਿਆ ਉਸ ਦੀ ਸੇਵਾ 'ਚ ਲਾ ਦਿੰਦਾ ਹੈ। ਪਦਾਰਥ ਦਾ ਦੈਵੀ ਅਨੁਭਵ ਉਸ ਨੂੰ ਸੁਹਿਰਦ ਅਤੇ ਸੰਪੂਰਨ ਸਮਰਪਣ ਦਿੰਦਾ ਉਸ ਦੇ ਸਗਲੇ ਫੈਲਾਅ, ਦਵੰਦ ਅਤੇ ਅੰਤਰਨਿਹਿਤ ਸਵੈ ਵਿਰੋਧੀ ਪਸਾਰਾਂ ਨੂੰ ਨਜ਼ਰ 'ਚ ਰੱਖਦਾ ਹੈ। ਉਹ ਪਦਾਰਥ ਦੀ ਸਗਲੀ ਹਰਕਤ ਨੂੰ ਆਪਣੇ ਬਲੀ ਸੀਨੇ 'ਚ ਸਹਿੰਦਾ ਹਰ ਵਿਸਥਾਰ ਨੂੰ ਅਨੁਭਵ ਕਰਦਾ ਹੈ। ਇਹ ਦਿਸ਼ਾ ਮੌਤ ਅਨੁਭਵ ਨੂੰ ਸ਼ਾਮਲ ਕਰ ਪਦਾਰਥ 'ਚ ਦਾਖਲ ਕਰਵਾਈ ਰੋਮਾਂਟਿਕ ਕਲਪਨਾ ਦੀ ਲਿਸ਼ਕ ਨੂੰ ਚੇਤਨਾ ਉੱਤੇ ਜੇਤੂ ਨਹੀਂ ਹੋਣ ਦਿੰਦੀ। ਮਾਰਕਸਵਾਦ ਕੋਲ ਵਿਅਕਤੀ ਨੂੰ ਪਦਾਰਥ ਦੀ ਇਸ ਲਿਸ਼ਕ ਦੇ ਰਸ ਤੋਂ ਮੁਕਤ ਹੋ ਹੋਰ ਰਸ ਦਾ ਸੋਮਾ ਦੇਣ ਦੀ ਸਮਰੱਥਾ ਨਹੀਂ, ਪਰ ਪਦਾਰਥ ਦਾ ਦੈਵੀ ਅਨੁਭਵ ਪਦਾਰਥ ਦੀ ਲਿਸ਼ਕ ਤੇ ਨਿੱਜੀ ਬ੍ਰਹਿਮੰਡੀ ਆਪੇ ਦੀ ਦਿਸ਼ਾ ਦੇ ਰਸ ਮੰਡਲ ਦੀ ਜੇਤੂ ਹਾਲਤ ਤਾਰੀ ਕਰਵਾ ਉਸ ਤੋਂ ਸੇਵਾ ਵਾਲਾ ਕੰਮ ਲੈਂਦਾ ਹੈ। ਅਰਥਾਤ ਜ਼ਿੰਦਗੀ ਦੀ ਸੰਪੂਰਨਤਾ ਅਜਿਹਾ ਅਰਥ ਭਾਲਦੀ ਹੈ ਜੋ ਪਦਾਰਥ ਦੀ ਰੋਮਾਂਟਿਕ ਹਾਲਤ ਦੀ ਗੁਲਾਮੀ ਨਹੀਂ ਕਰਦਾ, ਬਲਕਿ ਉਸ ਤੋਂ ਆਪਣੇ ਸਵੈ ਨੂੰ ਆਜ਼ਾਦ ਰੱਖ ਕੇ ਸੰਬੰਧ ਬਣਾਉਂਦਾ ਹੈ। ਅਜਿਹੀ ਚੇਤਨਾ ਆਪ ਹੀ ਅੰਦਰੋਂ ਇਸ ਚਾਨਣ ਵਿੱਚ ਰਹਿੰਦੀ ਹੈ ਕਿ ਪਦਾਰਥ ਦਾ ਫੈਲਾਅ, ਭੋਗ, ਕਬਜ਼ਾ ਉਸ ਦਾ ਆਪਣੀ ਆਜ਼ਾਦੀ ਲਈ ਰੁਕਾਵਟ ਹੈ। ਅਜਿਹੀ ਚੇਤਨਾ ਆਪ ਹੀ ਅੰਦਰੋਂ ਇਸ ਚਾਨਣ ਵਿੱਚ ਰਹਿੰਦੀ ਹੈ ਕਿ ਪਦਾਰਥ ਦਾ ਫੈਲਾਅ, ਭੋਗ, ਕਬਜ਼ਾ ਉਸ ਦੀ ਆਪਣੀ ਆਜ਼ਾਦੀ ਲਈ ਰੁਕਾਵਟ ਹੈ। ਪਦਾਰਥ ਦਾ ਉਪਰੋਕਤ ਰਿਸ਼ਤਾ ਉਸ ਦੇ ਪੂਰੇ ਖੇੜੇ ਵਿਕਾਸ ਨੂੰ ਸੰਗੋੜਦਾ ਹੈ। ਇਹ ਪਦਾਰਥ ਨਾਲ ਅਸੰਤੁਲਿਤ ਮਾਨਸਿਕਤਾ ਦਾ ਚਲਾਕੀ ਭਰਿਆ ਕਰੂਰ ਰਿਸ਼ਤਾ ਹੈ। ਇਸ ਪ੍ਰਕਾਰ ਦੈਵੀ ਅਨੁਭਵ ਤਿਆਗ, ਜਗਤ ਅਤੇ ਵਿਸਮਾਦ ਦੇ ਨੁਕਤੇ ਤੋਂ ਪਦਾਰਥ ਨੂੰ ਸੇਵਾ ਅਧੀਨ ਲਿਆਉਣ ਦੇ ਆਦਰਸ਼ ਸਿਰਜਣ ਦਾ ਰਾਹ ਪੈਦਾ ਕਰਦਾ ਹੈ। ਇਹ ਪਦਾਰਥ ਨੂੰ ਸਹਿਜ ਸੰਤੁਲਿਤ ਨੇਮ ਦੀ ਵਿਸਮਾਦਿਕ ਸੁਰਤਾ ਦੇ ਰਿਸ਼ਤੇ ਵਿੱਚ ਬੰਨ੍ਹਦਾ ਹੈ। ਪਦਾਰਥ ਦੇ ਅਨੁਭਵ ਵਿੱਚ ਮੌਜੂਦ ਮੌਤ ਅਤੇ ਸ਼ੂਨਿਆ ਦੇ ਨੇਮ ਨੂੰ ਅਣਡਿੱਠ ਕਰ ਪੂੰਜੀਵਾਦ ਪਦਾਰਥ ਨੂੰ ਉਤੇਜਿਤ ਦਿਸ਼ਾ ਦਿੰਦਾ ਹੋਇਆ ਇਸਤਰੀ ਦੇਹ ਦੇ ਪਸਾਰ ਦੀ ਚੰਚਲਤਾ ਦੇ ਆਕਰਸ਼ਣ ਦਿੰਦਾ ਹੈ। ਇਸ ਪ੍ਰਕਾਰ ਉਹ ਇਸਤਰੀ ਦੇਹ ਦੀ ਨਿਰਾਦਰੀ ਕਰਦਾ ਹੈ। ਪਦਾਰਥ ਦਾ ਦੈਵੀ ਅਨੁਭਵ ਮੌਤ ਅਤੇ ਸ਼ੂਨਿਆ ਦੇ ਮਾਰੂ ਹਨੇਰ ਨੂੰ ਆਪਣੇ ਬਲੀ ਸੀਨੇ 'ਤੇ ਸਹਿੰਦਾ ਉਸ ਨੂੰ ਦੈਵੀ ਨੂਰ ਦੀ ਮਰਿਆਦਾਮਈ ਸ਼ੀਤਲ ਰੋਸ਼ਨੀ ਦਿੰਦਾ ਮਨੁੱਖ ਦੀ ਸੇਵਾ ਵਜੋਂ ਸਥਾਪਿਤ ਕਰਦਾ ਹੈ। ਇਤਿਹਾਸ ਦਾ ਰੇਖ ਕੀ ਪਾਸਾਰ ਸੁਰਤ ਦੇ ਸੰਗਲੇ ਮੰਡਲਾਂ ਤੋਂ ਅਣਜਾਣ ਅਕਹਿਰੇ ਰੂਪਾਂ 'ਚ ਹੀ ਜ਼ਿੰਦਗੀ ਨੂੰ ਦੇਖਦਾ ਹੈ। ਇਹ ਸਿਧਰੇ ਦਵੰਦ, ਪੀੜ, ਇਨਕਲਾਬੀ ਸੰਘਰਸ਼ਾਂ, ਜ਼ੁਲਮ, ਜੰਗ, ਰਾਜਨੀਤੀ ਅਤੇ ਕਾਵਿ ਵਿੱਚ ਸਮਾਜਿਕ ਵੱਥ ਨੂੰ ਪਹਿਲ ਦਿੰਦੀ ਦਿਸ਼ਾ ਵਾਲੀ ਕਾਵਿਕਤਾ ਦੀ ਹਮਾਇਤ ਕਰਦਾ ਹੈ। ਇਸ ਵਿੱਚ ਕਵਿਤਾ ਰੰਗ, ਰਸ, ਲਚਕ, ਲੈ, ਖੂਬਸੂਰਤੀ, ਨਵੇਂ ਤੋਂ ਨਵੇਂ ਅਰਥ ਅਤੇ ਭਾਵ ਸੰਸਾਰ ਨਾ ਸਿਰਜਣ ਦੀ ਘਾਟ ਹੰਢਾਉਂਦੀ ਵਿਸ਼ਲੇਸ਼ਣਾਤਮਕ ਨਾਅਰਾ, ਦੋਗਲੀ ਭਾਵ ਸਥਿਤੀ ਅਤੇ ਉਪਮਾ 'ਤੇ ਸ਼ੱਕ ਕਰਨ ਲੱਗ ਜਾਂਦੀ ਹੈ। ਮਨੁੱਖੀ ਚੇਤਨਾ
ਇਤਿਹਾਸ ਦੇ ਰੇਖਕੀ ਪਸਾਰਾਂ ਦੇ ਦਵੰਧ ਵਿੱਚ ਆਪਣੇ ਬ੍ਰਹਿਮੰਡੀ ਪਸਾਰਾਂ ਦੀ ਇਕਸੁਰਤਾ ਤੋਂ ਟੁੱਟ ਕੇ ਹੀ ਉਲਝਦੀ ਹੈ। ਇਸ ਹਾਲਤ ਵਿੱਚ ਭੌਤਿਕ ਦਵੰਧ ਦੇ ਸਿਧਰੇ ਕਾਨੂੰਨਾਂ ਨੂੰ ਹੀ ਉਹ ਆਪਣਾ ਆਖਰੀ ਸਮਰਪਣ ਦੇ ਦਿੰਦੀ ਹੈ। ਇਸ ਹਾਲਤ ਵਿੱਚ ਉਹ ਸਿਰਜਣਾਤਮਕ ਅਤੇ ਅਸਲ ਜੁਝਾਰੂ ਨੇਮ ਹੇਤ ਨਹੀਂ ਲੜਦੀ, ਬਲਕਿ ਆਪਣਾ ਨਿਸਤਾਰਾ ਉਸ ਮਨੁੱਖੀ ਹਜੂਮ ਵਿੱਚ ਲੱਭਦੀ ਹੈ ਜੋ ਪਹਿਲਾਂ ਹੀ ਜ਼ਿੰਦਗੀ ਦੀ ਆਜ਼ਾਦ ਤਲਾਸ਼ ਤੋਂ ਵਾਂਝਾ, ਲੋੜ ਦੀ ਮੁਤਾਜ਼ਗੀ ਤੱਕ ਸੀਮਿਤ ਸੋਚ ਦਾ ਧਾਰਨੀ ਹੈ। ਨਿਕੋਲਸ ਬਰਤਿਓ ਦੀ ਮੀਨਿੰਗ ਆਫ ਦੀ ਕ੍ਰੀਏਟਿਵ ਐਕਟ ਵਿਚਲੇ ਬਹੁਤ ਅਹਿਮ ਅਧਿਆਏ ਕ੍ਰੀਏਟਿਵਿਟੀ ਐਂਡ ਦੀ ਸਟਰਕਚਰ ਆਫ ਸੁਸਾਇਟੀ ਵਿੱਚ ਉਪਰੋਕਤ ਤੱਥ ਨੂੰ ਬਹੁਤ ਬਰੀਕੀ ਨਾਲ ਪੇਸ਼ ਕਰਦੇ ਹਨ। ਇਹ ਉਹ ਹਜੂਮ ਹੈ ਜੋ ਆਪਣੇ ਹੀ ਨਿਜਤਵ ਦੇ ਪੂਰੇ ਪਸਾਰਾਂ ਨਾਲ ਜੁੜਨ ਦੀ ਅਸਮਰਥਾ ਕਾਰਨ ਸਮਾਜਿਕ ਇਕੱਠ ਦੇ ਆਸਰੇ ਹੇਠਾਂ ਆਇਆ ਹੈ। ਆਸਕਰ ਵਾਈਲਡ ਆਪਣੇ ਲੇਖ ਦੀ ਸਾਊਲ ਆਫ ਮੈਨ ਅੰਡਰ ਸੋਸ਼ਲਿਜ਼ਮ ਵਿੱਚ ਦੱਸਦੇ ਹਨ ਕਿ ਮਨੁੱਖਤਾ ਦੀ ਨਿਜਾਤ ਲਈ ਸਾਨੂੰ ਅਜਿਹੇ ਇਨਸਾਨਾਂ ਰੀਅਲ ਮੈਨ ਦੀ ਲੋੜ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਦਵੈਤ ਭਾਵ ਤੋਂ ਉੱਪਰ ਆਪਣੇ ਬ੍ਰਹਿਮੰਡੀ ਆਪੇ ਨੂੰ ਜਾਣ ਲਿਆ ਹੈ ਅਤੇ ਜਿਨ੍ਹਾਂ ਵਿੱਚ ਮਨੁੱਖਤਾ ਵੀ ਆਪਣਾ ਅੰਸ਼ਿਕ ਨਿਰਵਾਣ ਦੇਖਦੀ ਹੈ। ਸੋ ਅਜਿਹੇ ਬ੍ਰਹਿਮੰਡੀ ਵਿਅਕਤਿਤਵ ਦੀ ਅਨੁਭੂਤੀ ਵਿੱਚ ਦਵੈਤ ਦਾ ਮਹਾਂਪਸਾਰ ਛੋਟੇ ਛਿਨ ਵਾਂਗ ਸਮਾ ਜਾਂਦਾ ਹੈ। ਉਹ ਇਤਿਹਾਸ ਦੇ ਨੇਮ ਵਿੱਚ ਰਹਿੰਦਾ ਅਨੁਭਵ ਦੇ ਨੁਕਤੇ ਤੋਂ ਇਤਿਹਾਸ ਦੇ ਸਗਲੇ ਫੈਲਾਅ ਨੂੰ ਆਪਣੇ ਅੰਦਰ ਚਲਾ ਲੈਂਦਾ ਹੈ। ਇਹ ਵਿਅਕਤਿਤਵ ਅਨੁਭਵ ਦੀ ਦਪੱਖਤਾ ਦੀ ਰਮਜ ਦੀ ਇਕਸੁਰਤਾ ਬਣ ਜਾਂਦਾ ਹੈ। ਸਾਰਾ ਸਿਰਜਣਾਤਮਕ ਅਨੁਭਵ ਇਸੇ ਦਪੱਖਤਾ ਦੀ ਰਮਜ ਦਾ ਪਿਘਲਿਆ ਵਹਿਣ ਹੀ ਹੈ। ਇਤਿਹਾਸ ਦੀ ਸਗਲੀ ਚੇਤਨਾ ਪੁਰਾਤਨ ਅਹਿਦਨਾਮਾ ਅਤੇ ਕਬੀਲਾਈ ਮਾਨਸਿਕ ਰੁਚੀਆਂ 'ਚੋਂ ਹੀ ਖੁਰਾਕ ਅਖਜ਼ ਕਰਦੀ ਹੈ। ਪੁਰਾਤਨ ਅਹਿਦਨਾਮਾ ਨਸਲੀ ਮਾਨਸਿਕਤਾ ਉੱਤੇ ਆਧਾਰਿਤ ਪ੍ਰੋਮਾਈਜ਼ਡ ਲੈਂਡ ਨੂੰ ਹਿਜਰਤ ਅਤੇ ਗੈਬੀ ਸ਼ਕਤੀਆਂ ਨਾਲ ਹਾਸਲ ਕਰਦਾ ਸੂਖਮ ਮਾਨਸਿਕ ਸੋਝੀ ਨੂੰ ਕਾਨੂੰਨ ਦੀ ਅਧੀਨਗੀ ਦਿੰਦਾ ਹੈ। ਸਾਰਾ ਇਤਿਹਾਸ ਦਾ ਸੈਕੂਲਰ ਫੈਲਾਅ ਇਤਿਹਾਸ ਦੀ ਇਸੇ ਦਿਸ਼ਾ ਦੇ ਆਧਾਰ 'ਤੇ ਹੀ ਟਿਕਿਆ ਹੋਇਆ ਹੈ। ਹੀਗਲ ਦੇ ਪਦਾਰਥ ਦਾ ਆਖਰ ਨਿਰੰਕੁਸ਼ਤਾ 'ਚ ਆਉਣਾ, ਮਾਰਕਸ ਦਾ ਸਮਾਜਵਾਦ, ਯਹੂਦੀ ਤੇ ਇਸਲਾਮ ਰੋਜੇ ਯਜਾ ਤੋਂ ਬਾਅਦ ਸਦੀਵੀ ਸਵਰਗ ਆਦਿ ਇਤਿਹਾਸ ਦੀ ਤੋੜ ਦੇ ਪੈਟਰਨ ਆਪੋ ਵਿੱਚ ਰਲਦੇ ਹਨ। ਮੌਲਾਨਾ ਆਜ਼ਾਦ ਤਰਜਮਾਨੁਲ ਕੁਰਾਨ ਵਿੱਚ ਮੰਨਦੇ ਹਨ ਕਿ ਇਸਲਾਮ ਦੀ ਕਾਨੂੰਨ ਦੇ ਨੁਕਤੇ ਤੋਂ ਕੀਤੀ ਵਿਆਖਿਆ ਉੱਤੇ ਯਹੂਦੀ ਕਾਨੂੰਨ ਦਾ ਅਸਰ ਹੈ। ਸਿਰਜਣਾਤਮਕਤਾ ਵਿੱਚ ਤੀਜਾ ਅਹਿਮ ਅਨੁਭਵ ਰਹੱਸ ਦਾ ਅਨੁਭਵ ਹੈ। ਇਹ ਰਾਗਾਤਮਕ ਵਿਸਮਾਦੀ, ਅਦਭੁਤ ਅਚਰਜਤਾ, ਛਿਨ ਭੰਗਰ, ਅਪਹੁੰਚ, ਕਥਨ ਤੋਂ ਬਾਹਰ, ਜ਼ਾਹਿਰ ਨਾਲੋਂ ਬਾਤਨ ਵੱਲ ਪ੍ਰੇਰਿਤ ਅਨੁਭਵ ਹੁੰਦਾ ਹੈ। ਇਸ ਵਿੱਚ ਦੈਵੀ ਅਨੁਭਵ ਨੂੰ ਸੁਰਤ ਸ਼ਬਦ ਦੀ ਥਾਂ ਲਿਵ ਵਿੱਚ ਬਦਲ ਦਿੱਤਾ ਜਾਂਦਾ ਹੈ, ਜਿਸ ਨਾਲ ਵਿਅਕਤੀ ਦਾ ਸਫ਼ਰ ਕਾਇਨਾਤ ਦੇ ਸਗਲ ਵਰਤਾਰਿਆਂ ਦਾ ਜਾਗਰਤ ਸਫ਼ਰ ਨਹੀਂ ਬਣਦਾ। ਇਸ ਵਿੱਚ ਅੰਦਰੂਨੀ ਸਫ਼ਰ ਦੇ ਉੱਚੇ ਮੁਕਾਮ ਤਾਂ ਆਉਂਦੇ ਹਨ, ਪਰ ਦੈਵੀ ਗਿਆਨ ਦਾ ਬ੍ਰਹਿਮੰਡੀ ਰੂਪ ਉਜਾਗਰ ਨਹੀਂ ਹੁੰਦਾ। ਇਹ ਦਿਸ਼ਾ ਸਮਾਜਿਕ ਰਾਜਨੀਤਿਕ ਪ੍ਰਕਿਰਿਆ ਦੀ ਜਟਲਤਾ ਨੂੰ ਸੁਲਝਾਉਣ ਦੀ ਅਖਿਆਈ ਤੋਂ ਪਰਾਂ ਅੰਦਰੂਨੀ ਨਗਰੀ ਦੇ ਸਕੂਨ ਵਿੱਚ ਚਲੀ ਜਾਂਦੀ ਹੈ। ਇਹ ਅਨੁਭਵ ਅੰਦਰੂਨੀ ਨੂਰ ਨੂੰ ਸਥੂਲ ਵਰਤਾਰਿਆਂ ਤੋਂ ਵੱਡਾ ਮੰਨਦਾ ਲੋਕ ਮਨ ਨੂੰ
ਕਾਲ ਸਥਿਤੀ ਤੋਂ ਮੁਕਤ ਵੀ ਕਰਦਾ ਹੈ। ਇਹ ਕਾਲ ਸਥਿਤੀ ਵਿੱਚ ਆਪਣੀ ਵਡਿਆਈ ਤਾਂ ਸਥਾਪਿਤ ਕਰ ਲੈਂਦਾ ਹੈ, ਪਰ ਇਸ ਦੀ ਸਗਲ ਪ੍ਰਾਪਤੀ ਉਸੇ ਸਥਿਤੀ ਨੂੰ ਹੀ ਪਾਲਦੀ ਹੈ। ਇਹ ਅਨੁਭਵ ਸੂਖਮਤਾ ਦੇ ਬਾਵਜੂਦ ਕਾਲ ਸਥਿਤੀ ਦਾ ਬਦਲ ਬਣਦਾ ਬ੍ਰਹਿਮੰਡੀ ਗਿਆਨ ਦਾ ਸਰੂਪ ਉਜਾਗਰ ਨਹੀਂ ਕਰਦਾ। ਸੂਫੀ ਰਹੱਸਵਾਦੀ ਅਨੁਭਵ ਵਿੱਚ ਬੰਦਗੀ, ਸਿਰਜਣਾਤਮਕ ਕਲਪਨਾ ਅਤੇ ਬੁੱਧੀ ਦੀਆਂ ਸੂਖਮ ਪ੍ਰਵਾਜ਼ਾਂ ਦਾ ਸੁਮੇਲ ਦ੍ਰਿਸ਼ਟੀਗੋਚਰ ਹੁੰਦਾ ਹੈ। ਫਰੀਦੁੱਦੀਨ ਅਤਾਰ ਦਾ ਅਸਰਾਰਨਾਮਾ, ਸ਼ਬਸਤਾਰੀ ਗੁਲਸ਼ਨ-ਏ ਰਾਜ, ਇਰਾਕੀ ਦਾ ਲਮਾਤ, ਜਾਮੀ ਦਾ ਲਵਾਏ, ਅਹਿਮਦ ਗਜ਼ਾਲੀ ਦਾ ਸਵਾਨਹ, ਰੂਮੀ ਦੀ ਮਸਨਵੀ ਤੇ ਦੀਵਾਨ, ਕਲਾ, ਸੂਖਮ ਮਨੋਵਿਗਿਆਨ, ਇਲਮ ਦੀਆਂ ਸੂਖਮ ਅਨੁਭੂਤੀਆਂ, ਬੰਦਗੀ ਦਾ ਧਰਵਾਸ ਆਦਿ ਦਾ ਅਨਮੋਲ ਖਜ਼ਾਨਾ ਹਨ। ਇਹ ਅਨੁਭਵ ਦੀ ਸੁੱਚਤਾ ਰੋਮਾਂਟਿਕ ਅਨੁਭਵ ਦੇ ਵਰਤਾਰਿਆਂ ਨੂੰ ਇੱਕ ਲਜੀਜ਼ ਹੁਸਨ ਦੇ ਹਵਾਲੇ ਕਰਦੀ ਹੈ ਅਤੇ ਮਦਰ ਚਾਨਣੀਆਂ ਦੀ ਜੋਬਨਵੰਤ ਡਲਖ ਪ੍ਰਵੇਸ਼ ਕਰਾਉਂਦੀ ਹੈ। ਇਹ ਆਪਣੇ ਅੰਤਮ ਸੱਚ ਦੇ ਆਧਾਰਾਂ ਵਿੱਚ ਚੇਤਨ ਸ਼ਕਤੀ ਦੇ ਵਜੂਦ, ਸੱਚ ਦਾ ਮਦਰ ਹੁਸਨ ਵਾਲਾ ਰੂਪ ਅਤੇ ਸੱਚ ਨੂੰ ਪ੍ਰਕਾਸ਼ ਜਾਂ ਖਿਆਲ ਆਦਿ ਪ੍ਰਵਾਨ ਕਰਦੀ ਹੈ। ਨਿਜ਼ਾਮੀ ਅਤੇ ਹਾਫਜ਼ ਮਦਰ ਹੁਸਨ ਦੀ ਸੂਫੀ ਲਜਤ ਨੂੰ ਰੋਮਾਂਟਿਕ ਪਸਾਰ ਨਾਲ ਇੱਕਮਿਕ ਕਰਕੇ ਆਪਣਾ ਕ੍ਰਿਸ਼ਮਾ ਪ੍ਰਗਟ ਕਰਦੇ ਹਨ, ਜਦਕਿ ਤਵਾਸੀਨ ਮਨਸੂਰ ਅਲ ਹਲਾਜ ਵਿੱਚ ਇਸ ਦਾ ਸੂਖਮ ਬੁੱਧੀ ਦੇ ਰਹੱਸ ਵਾਲਾ ਵਿਸਮਾਦ ਪੇਸ਼ ਹੋਇਆ ਹੈ। ਅੱਗੇ ਵਿਚਾਰ ਸ਼ੁਰੂ ਕਰਦੇ ਹਾਂ ਜੀ। ਸੂਫੀ ਰਹੱਸ ਅਨੁਭਵ 'ਚੋਂ ਜਾਗੀ ਪੰਜਾਬੀ ਸੂਫੀ ਕਵਿਤਾ ਅਤੇ ਉਸ ਦੀ ਸਿਰਜਣਾਤਮਕ ਕਲਪਨਾ 'ਚੋਂ ਇਸਤਰੀ ਹੁਸਨ ਦੇ ਕੋਮਲ ਪਸਾਰਾਂ ਆਸਰੇ ਕਲੱਬ ਦੇ ਜਜ਼ਬਾਤੀ ਫੈਲਾਅ ਪੇਸ਼ ਕਰਦੀ ਪੰਜਾਬੀ ਕਿੱਸਾ ਕਵਿਤਾ ਵਿੱਚ ਉਪਰੋਕਤ ਸਥਿਤੀਆਂ ਦੇ ਸਗਲੇ ਪਸਾਰ ਮੌਜੂਦ ਹਨ। ਇਨ੍ਹਾਂ ਪਿਛੋਕੜਾਂ ਕਾਰਨ ਹੀ ਪੰਜਾਬੀ ਲੋਕ ਸਾਹਿਤ ਦੇ ਇਕਹਿਰੀ ਦਿਸ਼ਾ ਵਾਲੇ ਸਾਥ ਲੈਣ ਤੱਕ ਹੀ ਦੋਵੇਂ ਕਾਵਿ ਧਾਰਾਵਾਂ ਸੀਮਿਤ ਰਹਿ ਗਈਆਂ। ਇਨ੍ਹਾਂ ਦੋਹਾਂ ਦਾ ਨਿਸਤਾਰਾ ਸਾਖੀ ਨੇਮ ਦੇ ਸੁਹਾਗ ਜਪਤ 'ਚੋਂ ਜਾਗੀ ਮਰਿਆਦਾ ਦੀ ਦਪੱਖਤਾ 'ਚ ਹੈ, ਜਿੱਥੇ ਸੁਹਾਗ ਆਤਮਿਕ ਰੋਸ਼ਨੀ 'ਚੋਂ ਦੇਹ ਦੀ ਵਿਸਮਾਦੀ ਕੰਚਨ ਅਵਸਥਾ ਪੈਦਾ ਕਰ ਮਰਿਆਦਾ ਦੇ ਜਪਤ ਦੇ ਗਿਆਨ ਨਾਲ ਸਮਾਜਿਕ ਜ਼ਿੰਮੇਵਾਰੀ ਦਾ ਗਿਆਨਮਈ ਰਸ਼ਕ ਸ਼ਹਾਦਤੀ ਰੂਪ ਪ੍ਰਗਟ ਕਰਦਾ ਹੈ। ਰਹੱਸ ਅਨੁਭਵ ਸਮਾਜਿਕ ਧਾਰਮਿਕ ਕਾਨੂੰਨ ਤੋਂ ਲਚਕੀਲੇ, ਤਰੰਗਿਤ, ਕੋਮਲ, ਭਾਵਪੂਰਤ ਅਤੇ ਸੰਗੀਤਕ ਹੋਣ ਦੀ ਮੰਗ ਕਰਦਾ ਹੈ। ਇਹ ਤਰਲ ਵਿਸ਼ਾਲਤਾ ਅਤੇ ਵਿਭਿੰਨਤਾ ਦੀ ਇਕਸੁਰਤਾ ਦਾ ਬ੍ਰਹਿਮੰਡੀ ਫੈਲਾਅ ਲੋਚਦਾ, ਖੜੋਤਮਈ ਕਾਨੂੰਨ ਨੂੰ ਤੋੜ ਮਨੁੱਖੀ ਰੂਹ 'ਚ ਜ਼ੋਰ ਭਰਦਾ ਹੈ। ਰਹੱਸ ਅਨੁਭਵ ਵਾਲੇ ਸਾਹਿਤ ਵਿੱਚ ਵਿਰੋਧਾਭਾਸੀ ਭਾਸ਼ਾ, ਕੋਮਲ ਇਸ਼ਾਰੇ, ਰੌਸ਼ਨ ਪ੍ਰਤੀਕ, ਗੁੱਝੇ ਭੇਤ, ਨਾਮੁਖੀ ਬਿੰਬਾਵਲੀ, ਭਾਵ ਦੀਆਂ ਤੀਖਣ ਪ੍ਰਤੀਤੀਆਂ, ਅਚੰਭਿਤ ਝਲਕਾਰੇ, ਰਸਕਤਾ, ਹੈਰਾਨੀਜਨਕ ਨਿਡਰਤਾ, ਨਫੀ ਅਸਬਾਤ ਦੇ ਅਨੁਭਵ, ਬਿਰਹਾ ਅਤੇ ਮਿਲਾਪ ਭਾਵਾਂ ਵਿੱਚ ਸਗਲੀ ਕੁਦਰਤ ਨੂੰ ਮਨੁੱਖੀ ਵਜੂਦ ਬਣਾਉਣਾ ਆਦਿ ਪਸਾਰ ਦ੍ਰਿਸ਼ਟੀਗੋਚਰ ਹੁੰਦੇ ਹਨ। ਸਾਖੀ ਅਨੁਭਵ ਰਹੱਸ ਅਨੁਭਵ ਦੀ ਹਰ ਸਵੱਛਤਾ ਅਤੇ ਪਵਿੱਤਰ
ਅਦ੍ਰਿਸ਼ਟ ਉਡਾਰੀ ਨੂੰ ਪਾਰਦਰਸ਼ੀ ਦ੍ਰਿਸ਼ਟਤਾ ਦੀ ਨਿਰਗੁਣੀ ਜ਼ਬਤ ਵਾਲੀ ਮਰਿਆਦਾ ਦੇ ਉਸ ਨੂੰ ਸ਼ਬਦ ਬ੍ਰਹਿਮੰਡਾਂ ਦੇ ਤੁਰਨ ਦਾ ਸਥੂਲ ਦੇਵੀ ਨੇਮ 'ਚ ਢਾਲ ਸਮਾਜਿਕ ਕਰਮ ਅਤੇ ਸੁਹਾਗ ਦੇ ਗਿਆਨ ਜ਼ਬਤ ਦਾ ਹਿੱਸਾ ਬਣਾ ਦਿੰਦਾ ਹੈ। ਕਾਵਿ ਅਨੁਭਵ ਜਦੋਂ ਆਪਣੀਆਂ ਮੁੱਢਲੀਆਂ ਖੂਬੀਆਂ 'ਚ ਪਰਿਪੱਕ ਹੋ ਜਾਂਦਾ ਹੈ ਤਾਂ ਉਹ ਮਨੁੱਖੀ ਅਨੁਭਵ ਦੀਆਂ ਸੰਘਣੀਆਂ ਪੇਚੀਦਾ ਅਨੁਭੂਤੀਆਂ ਵਿੱਚ ਉਤਰਦਾ ਹੈ। ਹਰ ਨਿੱਕੇ ਖਿੰਨ ਦਾ ਫੈਲਾਅ ਵੀ ਅਸਮਾਨ ਬਣ ਝੂਮਦਾ ਹੈ। ਹੋਂਦ ਦੇ ਬੁਨਿਆਦੀ ਸਵਾਲ ਨਿੱਕੀ ਤੋਂ ਨਿੱਕੀ ਸ਼ੈ ਵਿੱਚ ਬੋਲ ਉੱਠਦੇ ਹਨ। ਅਨੁਭਵ ਦੇ ਸਭ ਮੰਡਲ ਜਾਗ ਕੇ ਮਨੁੱਖੀ ਸੁਰਤ 'ਤੇ ਇਕੱਠੇ ਹੀ ਧਾਉਂਦੇ ਹਨ। ਅਜੀਬ ਦੁਚਿੱਤੀਆਂ ਉਲਝਣਾ ਇੱਕੋ ਸੱਚ ਦੇ ਬੇਸ਼ੁਮਾਰ ਅੰਦਾਜ਼ ਅਨੰਤ ਵਹਿਣਾਂ ਦਾ ਜ਼ੋਰ ਕੁਝ ਵੀ ਸਾਫ਼ ਨਹੀਂ ਰਹਿਣ ਦਿੰਦੇ। ਇਸ ਹਾਲਤ ਵਿੱਚ ਸਭ ਕੁਝ ਨੂੰ ਉਸ ਦੀ ਵਿਸ਼ਾਲਤਾ ਅਤੇ ਅਨੰਤਤਾ ਸਮੇਤ ਕਿਸੇ ਸਾਂਝੇ ਸੂਤਰ 'ਚ ਪਰੋਣਾ ਅਤ ਕਠਿਨ ਹੁੰਦਾ ਹੈ। ਹਜ਼ਾਰਾਂ ਟਕਰਾਉਂਦੇ ਫੈਲਦੇ ਅਤੇ ਗਹਿਰਾਈ ਹਾਸਲ ਕਰਦੇ ਮੰਡਲਾਂ ਦੇ ਵਿਕਾਸ ਨੂੰ ਕਿਸੇ ਇੱਕ ਨਜ਼ਾਰੇ 'ਚ ਬੰਨ੍ਹਣ ਤੋਂ ਬਗੈਰ ਇੱਕ ਕਿਣਕੇ ਦੀ ਅੰਤਮ ਸਥਿਤੀ ਨਹੀਂ ਦੱਸੀ ਜਾ ਸਕਦੀ। ਕਾਵਿ ਅਨੁਭਵ ਵਿੱਚ ਅਜਿਹੇ ਪਾਰਦਰਸ਼ੀ ਗਿਆਨ ਦੀ ਤਲਾਸ਼ 'ਚ ਤੁਰਦਾ ਹੈ ਜੋ ਸਭ ਪਸਾਰਾਂ ਦੇ ਵਿਕਾਸ ਨੂੰ ਮਾਣਦਾ ਹੋਇਆ ਉਹਨਾਂ ਦੀ ਅਨੰਤਤਾ ਦੀ ਯਾਤਰਾ ਨੂੰ ਵੀ ਮਾਣੇ। ਸਿਰਜਣਾਤਮਕ ਕਲਪਨਾ ਆਪਣੀ ਸੰਵੇਦਨਾ, ਤੀਖਣਤਾ, ਸ਼ਾਨ, ਮਨੋਵਿਗਿਆਨਕ ਸੂਝ, ਇੰਦਰਿਆਵੀ ਅਨੁਭਵ ਦੀ ਸਵੱਛਤਾ, ਵਿਚਾਰ ਦੀ ਸ਼ੁੱਧਤਾ ਅਤੇ ਗਹਿਰਾਈ ਦਾ ਮਾਨਵੀਕਰਨ ਕਰਦੀ ਹੋਈ ਇਸ ਵਿਸਮਾਦ ਨੂੰ ਦੇਵਤਿਆਂ 'ਚ ਬਦਲ ਲੈਂਦੀ ਹੈ। ਪਰ ਇਹਨਾਂ ਤੱਤਾਂ ਦੀ ਤੀਖਣ ਸ਼ੁੱਧਤਾ ਦੇ ਧੁੰਦਲੇ ਪੈਣ ਨਾਲ ਸਿਰਜਣਾਤਮਕ ਅਮਲ ਇਸ ਵਿਸਮਾਦੀ ਦਿਸ਼ਾ ਨੂੰ ਮਨੁੱਖ ਦੇ ਵੱਖ-ਵੱਖ ਸਰੋਕਾਰਾਂ ਵਿੱਚ ਤਬਦੀਲ ਕਰ ਸਧਾਰਨ ਬੁੱਧੀ ਅਤੇ ਭਾਵ ਸਥਿਤੀ ਨੂੰ ਪੇਸ਼ ਕਰਨ ਲੱਗ ਜਾਂਦਾ ਹੈ। ਇਹ ਉਲਝੀਆਂ ਸਥਿਤੀਆਂ ਬੌਧਿਕਤਾ ਦੀ ਸ਼ਰਨ 'ਚ ਆਏ ਭਾਵ ਉਲਝੇਵਿਆਂ ਨੂੰ ਪਕੜਨ ਦੀ ਕੋਸ਼ਿਸ਼ ਹੈ ਜਿਸ ਪਿੱਛੇ ਅਨੁਭਵ ਦੀ ਬਿਜਲਈ ਗਤੀ ਕਾਰਜ ਨਹੀਂ ਕਰ ਰਹੀ ਹੁੰਦੀ। ਦੇਵਤਾ ਇੱਕ ਮਨੋਵਿਗਿਆਨਕ ਗਿਆਨਮਈ ਦਿਸ਼ਾ ਦੀ ਸ਼ੁੱਧ ਅਨੁਭੂਤੀ ਹੁੰਦਾ ਹੈ। ਇਹਨਾਂ ਸਾਰਿਆਂ ਪਿੱਛੇ ਪਾਰਦਰਸ਼ੀ ਅਸਮਾਨ ਨਾ ਹੋਣ ਕਾਰਨ ਇਹਨਾਂ ਦੀਆਂ ਸ਼ਕਤੀਆਂ ਅਤੇ ਪ੍ਰਾਪਤੀਆਂ ਨੂੰ ਕਿਸੇ ਸਾਂਝੀ ਥਾਂ 'ਤੇ ਨਹੀਂ ਸਮਾਉਂਦੀਆਂ। ਇਸੇ ਪ੍ਰਕਾਰ ਮਾਨਵਵਾਦੀ ਪ੍ਰਭਾਵ ਵਿੱਚ ਆਈ ਬੌਧਿਕ ਅਨੁਭੂਤੀ ਵੱਖ-ਵੱਖ ਸਰੋਕਾਰਾਂ ਨੂੰ ਕਿਸੇ ਸਾਂਝੇ ਨੇਮ 'ਚ ਨਹੀਂ ਪਰੋਂਦੀ। ਸਿਰਜਣਾਤਮਕ ਅਨੁਭਵ ਗਿਆਨ ਦੇ ਉਹਨਾਂ ਰੂਪਾਂ ਨੂੰ ਸਮਰਪਣ ਦੇ ਕੇ ਸਾਬਤ ਨਹੀਂ ਰਹਿ ਸਕਦਾ ਜਿਨ੍ਹਾਂ ਵਿੱਚ ਜ਼ਿੰਦਗੀ ਦਾ ਕੁੱਲ ਵਰਤਾਰਾ ਫੇਰੀਆਂ ਨਹੀਂ ਪਾਉਂਦਾ। ਇਕਹਿਰੇ ਸਿਧਾਂਤਕ ਪੈਂਤੜੇ ਮਹੱਤਵਪੂਰਨ ਹੋਣ ਦੇ ਬਾਵਜੂਦ ਕਾਵਿ ਤੱਤ ਦੇ ਅਨੁਸਾਰੀ ਨਹੀਂ ਹੋ ਸਕਦੇ। ਅਨੁਭਵ ਦੀ ਮਹਾਂਵਿਸ਼ਾਲਤਾ ਦੇ ਮੰਡਲਾਂ ਨੂੰ ਠੀਕ ਸਥਿਤੀ ਅਤੇ ਫੈਲਾਅ ਦੇਣਾ ਵੱਡੇ ਕਵੀ ਦਾ ਕਰਮ ਹੈ। ਮਹਾਂਕਾਵਿ ਦੀ ਸਭ ਤੋਂ ਉੱਤਮ ਪਹਿਚਾਣ ਨਵੇਂ ਅਨੁਭਵ ਦੇ ਘੇਰੇ ਵਧਾਉਣੇ ਹੀ ਨਹੀਂ ਬਲਕਿ ਵਿਰਾਟ ਅਨੁਭਵ ਦੇ ਮੰਡਲਾਂ ਦੇ ਅਨੰਤ ਫੈਲਾਵਾਂ ਨੂੰ ਵਿਕਸਦਿਆਂ ਪੇਸ਼ ਕਰਕੇ ਉਹਨਾਂ ਮੰਡਲਾਂ ਦੀ ਠੀਕ ਸਥਿਤੀ ਪੇਸ਼ ਕਰਨਾ। ਇਹਨਾਂ ਫੈਲਦੇ ਮੌਲਦੇ ਅਨੁਭਵ ਮੰਡਲਾਂ ਦੀ ਠੀਕ ਸਥਿਤੀ ਪਚੀਦਗੀ 'ਚ ਛੁਪੀ ਸਾਂਝੀ ਤਰੰਗਤ ਚਾਲ, ਟਕਰਾਵਾਂ ਦੇ ਬਾਵਜੂਦ ਰਮਝ 'ਚ ਚੱਲਦੀ ਇਕਸੁਰ ਰਵਾਨੀ ਹੀ ਮਹਾਂਕਾਵਿ ਦਾ ਅਨੁਭਵ ਹੈ। ਅਗਿਆਨਤਾ ਜਾਂ ਬਿਮਾਰ ਮਾਨਸਿਕ ਉਲਾਰਾਂ ਨਾਲ ਅਨੁਭਵ ਮੰਡਲਾਂ ਦੀ ਸਥਿਤੀ ਨੂੰ ਉਲਝਾਉਣਾ ਮਹਾਂਕਾਵਿ ਨੂੰ ਮਿਹਨਤ ਆਸਰੇ ਜੋੜੀ
ਇੱਕ ਬਿਮਾਰ ਨਜ਼ਮ ਬਣਾ ਦਿੰਦਾ। ਗਿਆਨ ਦੇ ਪ੍ਰਪੱਖ ਸੰਗਠਨ ਵੀ ਬਹੁਤ ਦੂਰ ਤੱਕ ਮਨੋਵਿਗਿਆਨ ਤੋਂ ਮੁਕਤ ਨਹੀਂ ਹੁੰਦੇ। ਉਹਨਾਂ ਦੇ ਆਧਾਰ ਕਮਜ਼ੋਰ ਅਨੁਭਵ ਦੀ ਬਹੁ ਗਿਣਤੀ ਨੂੰ ਪ੍ਰਮੁੱਖ ਸਤਿਕਾਰ ਦੇ ਕੇ ਹੀ ਬਣੇ ਹੁੰਦੇ ਹਨ। ਇਹ ਗਿਆਨ ਦੇ ਰੂਪ ਅਰਾਜਕਤਾ ਨੂੰ ਕਾਬੂ ਕਰਨ ਲਈ ਥੋੜ੍ਹੀ ਚਿਰੀ ਮਦਦ ਤਾਂ ਕਰਦੇ ਹਨ, ਪਰ ਇਹ ਸਿਰਜਣਾਤਮਕ ਅਨੁਭਵ ਵਿੱਚ ਉੱਚਾ ਯੋਗਦਾਨ ਨਹੀਂ ਪਾਉਂਦੇ। ਯੋਗ ਸੂਤਰ ਪਤੰਜਲੀ, ਮੰਤਕ ਤੈਰ ਫਰੀਦੋਦੀਨ ਅਤਾਰ, ਟਾਈਟੈਨੀਅਮ ਆਰਗੈਨਮ ਦਾ PD ਆਊਟਪੈਂਸਕੀ, ਤਵਾਸੀਨ ਦਾ ਮਨਸੂਰ ਅਲ-ਹਲਾਜ ਸਭ ਇਹ ਦਰਸਾਉਂਦੇ ਹਨ ਕਿ ਰਮਜ ਵਾਲਾ ਕਰਤਾਰੀ ਸਿਰਜਣਾ ਦਾ ਗਿਆਨ ਡੂੰਘੀ ਸਾਧਨਾ ਤੋਂ ਮਗਰੋਂ ਹੀ ਪ੍ਰਗਟ ਹੁੰਦਾ ਹੈ। ਉੱਚੇ ਖੰਡਾਂ ਵਿੱਚ ਬੁੱਧੀ ਦੀ ਘਾਟ 'ਚੋਂ ਜਾਗਿਆ ਲਤੀਫ ਗਿਆਨ ਕੁੱਲ ਬ੍ਰਹਿਮੰਡੀ ਹਰਕਤ ਨੂੰ ਕਾਵਿ ਵਿੱਚ ਬੰਨ੍ਹਦਾ ਹੈ। ਇਹ ਆਪ ਖੁਦਰੀ ਚੰਚਲਤਾ, ਕਲਪਨਾ ਦੀ ਬੇਜ਼ਬਤ ਉਡਾਨ, ਅਨੁਭਵ ਦੇ ਬਾਹਰੀ ਰੰਗੀਨ ਆਸਰਿਆਂ ਨੂੰ ਅਸਲ ਤਲਾਸ਼ ਵਿੱਚ ਸ਼ਾਮਲ ਨਹੀਂ ਹੋਣ ਦਿੰਦਾ। ਗਿਆਨ ਦਾ ਇਹ ਪ੍ਰਗਾਸਿਆ ਰੂਪ ਮਨੁੱਖ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਦਾ, ਉਹਨਾਂ ਦੇ ਵਿੱਚੋਂ ਹੀ ਉੱਠ ਕੇ ਸਭ ਨੂੰ ਸਾਂਝੀ ਤਾਲ ਵਿੱਚ ਮੋਲਣ ਲਾ ਦਿੰਦਾ ਹੈ। ਸਿਰਜਣਾਤਮਕਤਾ ਦੇ ਰੋਮਾਂਟਿਕ, ਸਮਾਜਿਕ, ਇਤਿਹਾਸਕ ਚੇਤਨਾ, ਰਹੱਸਮਈ ਅਤੇ ਗਿਆਨ ਪਰਪੱਕਤਾ ਦੇ ਚਾਰੇ ਪਸਾਰ ਆਪਣੇ ਫੈਲਾਵਾਂ ਅਤੇ ਪ੍ਰਾਪਤੀਆਂ ਦੇ ਬਾਵਜੂਦ ਆਪ ਹੀ ਆਪਣੇ ਅੰਦਰ ਇੱਕ ਪਸਾਰ ਦਾ ਦੂਜੇ ਪਸਾਰ ਨਾਲ ਟਕਰਾਅ ਬਣਾ ਲੈਂਦੇ ਹਨ। ਇਹ ਆਪਣੀ ਸ਼ਕਤੀ ਇੱਕ ਦੂਜੇ ਨੂੰ ਵੀ ਦਿੰਦੇ ਹਨ। ਆਪਣੇ ਰਲਵੇਂ ਅਨੁਪਾਤਾਂ ਵਿੱਚੋਂ ਨਵੇਂ ਤੋਂ ਨਵੇਂ ਸਫ਼ਰ ਵਿੱਚ ਪ੍ਰਵੇਸ਼ ਵੀ ਕਰਦੇ ਹਨ। ਇਹ ਚਾਰੇ ਪਸਾਰ ਇੱਕ ਲਿਖਤ, ਇੱਕ ਕਵੀ ਅਤੇ ਕਾਵਿ ਧਾਰਾਵਾਂ ਵਿੱਚ ਵੀ ਲਗਾਤਾਰ ਪ੍ਰਗਟ ਹੁੰਦੇ ਰਹਿੰਦੇ ਹਨ। ਇਹ ਚਾਰਾਂ ਪਸਾਰਾਂ ਦੇ ਫੈਲਾਅ ਅਨੰਤ ਹਨ, ਪਰ ਸਿਰਜਣਾ ਕਿਸੇ ਵੀ ਇੱਕ ਪਸਾਰ ਵਿੱਚ ਲਗਾਤਾਰ ਟਿਕ ਨਹੀਂ ਸਕਦੀ। ਦਰਅਸਲ ਇਹ ਹਰੇਕ ਅਨੁਭਵ ਦੀ ਤਹਿ ਵਿੱਚ ਇਕੱਠੇ ਹੀ ਵਿਚਰਦੇ ਹਨ। ਇਕੱਠੇ ਵਿਚਰਦੇ, ਆਪਣੀ ਸ਼ਕਤੀ ਇੱਕ ਦੂਜੇ 'ਚ ਰਲਾਉਂਦੇ ਵੀ ਇਹ ਇੱਕ ਦੂਜੇ ਦੀ ਮੰਜ਼ਿਲ ਦੇ ਉਲਟ ਹੋ ਟਕਰਾਉਂਦੇ ਹਨ। ਸੋ ਕਵਿਤਾ ਵਿੱਚ ਇੱਕ ਅਜੀਬ ਜਿਹਾ ਵਾਦਾਂ ਦਾ ਸ਼ੋਰ ਜਿਹਾ ਪਿਆ ਰਹਿੰਦਾ ਹੈ, ਪਰ ਇਹ ਚਾਰੇ ਪਸਾਰਾਂ ਦਾ ਅਸਤਿਤਵ ਲਗਾਤਾਰ ਪ੍ਰਗਟ ਹੁੰਦਾ ਹੀ ਰਹਿੰਦਾ ਹੈ। ਇਹ ਅਨੁਭਵ ਦਿਸ਼ਾਵਾਂ ਦੇ ਅਮੁੱਕ ਫੈਲਾਅ ਅਤੇ ਉਹਨਾਂ ਫੈਲਾਵਾਂ ਦੇ ਇੱਕ ਦੂਜੇ ਨਾਲ ਮਿਲ ਕੇ ਉੱਭਰਦੇ ਅਸੰਖਾਂ ਰੰਗ ਕਾਵਿ ਅਨੁਭਵ ਨੂੰ ਸਦੀਵੀ ਤੌਰ 'ਤੇ ਸਰਸ਼ਾਰ ਕਰਦੇ ਰਹਿਣਗੇ। ਇਹਨਾਂ ਦੇ ਸਿਖਰਲੇ ਸੰਤੁਲਨ ਵੀ ਕਿਸੇ ਵਿਰਲ ਜਾਂ ਅਤ੍ਰਿਪਤੀ ਦਾ ਇਸ਼ਾਰਾ ਦਿੰਦੇ ਰਹਿੰਦੇ ਹਨ। ਇਹ ਦਿਸ਼ਾਵਾਂ ਕਿਸੇ ਐਸੇ ਪਾਰਦਰਸ਼ੀ ਸੱਚ ਦੀ ਤਲਾਸ਼ ਵਿੱਚ ਹਨ ਜਿਹੜਾ ਇਹਨਾਂ ਦੀ ਅਨੰਤਤਾ ਅਤੇ ਸਗਲੇ ਟਕਰਾਵਾਂ ਨੂੰ ਆਪਣੇ ਵਿੱਚ ਥਾਂ ਦਿੰਦਾ ਹੋਇਆ ਕਿਸੇ ਹੋਰ ਅਸਗਾਤਾ ਦੀ ਸਰਗੁਣੀ ਰਸਿਕਤਾ ਨਾਲ ਭਰਪੂਰ ਕਰ ਦੇਵੇ। ਸਾਖੀ ਨੇਮ ਤੋਂ ਦੇਖਿਆ ਅਸਲ ਰਮਜ ਇਹ ਹੈ ਕਿ ਸਾਖੀ ਨੇਮ ਦੀ ਪਾਰਦਰਸ਼ਤਾ ਦੀ ਅਚੇਤ ਤਲਾਸ਼ ਮਨੁੱਖ ਅੰਦਰ ਛੁਪੇ ਅਨੁਭਵ ਸੰਸਾਰ ਦੇ ਉਪਰੋਕਤ ਚਾਰੇ ਬੁਨਿਆਦੀ ਪਹਿਲੂਆਂ ਨੂੰ ਜਗਾ ਉਹਨਾਂ ਵਿਚਲੀ ਰੌਣਕ ਦਾ ਸਮਾਨ ਆਪਣੇ ਚੋਜ ਲਈ ਤਿਆਰ ਕਰ ਲੈਂਦੀ ਹੈ। ਇਹਨਾਂ ਵਿੱਚ ਉਚਾਈ 'ਤੇ ਪਹੁੰਚੀ ਪ੍ਰਤਿਭਾ ਅਤੇ ਉਹਨਾਂ ਦੁਆਰਾ ਤਿਆਰ ਕੀਤੀ ਬਹੁ ਰੰਗਤਾ ਦੀ ਸ਼ੁੱਧ ਕਮਾਈ ਨੂੰ ਆਪਣੇ 'ਤੇ ਧਾਰਨ ਕਰ ਆਪਣਾ ਜਲਵਾ ਬਖਸ਼ਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਦੂਜਾ ਪਾਰਟ ਅੰਮ੍ਰਿਤ ਵੇਲਾ ਦੀ ਭੂਮਿਕੀ ਦਾ ਦੂਜਾ ਪਾਰਟ ਆਪਾਂ ਅੱਜ ਇੱਥੇ ਸਮਾਪਤ ਕਰਦੇ ਹਾਂ। ਇਹ ਪ੍ਰੋਫੈਸਰ ਜਗਦੀਸ਼ ਸਿੰਘ ਜੀ ਦੇ ਵਿਚਾਰ ਹਨ ਜੋ ਉਹਨਾਂ ਨੇ ਭੂਮਿਕਾ ਵਿੱਚ ਰੱਖੇ ਹਨ। ਅਗਲਾ ਤੀਜਾ ਹਿੱਸਾ ਫਿਰ ਰਿਕਾਰਡ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।